क्योंकि समागम जोड़ा शुरू कर जा रहे हैं तो जोड़े नौजवान वीर पंडाल के बैठे ने बेनती है कि इस तरह तुम निमरता साहब बेनती है कि बैठे रहो तो जोड़ा रमाणा साहब पहुँच रहे हैं उनके संबोधन तो बाद जोड़ा समागम वो इस तरह चलता रहना। सो मेरी बेनती है कि सारे आप इस तरह बैठे रहिए क्योंकि कीमती समा कढ़ के आए हैं जोड़े विचार आप सुनने हैं उन्होंने तो बाद समागम चलता रहना। नौजवानों के प्यार के सामने फार्म है उत्थे उन्होंने बाद में बहुत ही प्यार नौजवानों लिए प्रसादा पानी का जो प्रबंध है बहुत वधिया तरीके किया होया। समागम तो बाद प्रसादा सारे छक जाने भट्टी साहब ने बेनती की है कि सो मेरी बेनती है कि नौजवान वीरों की तुम 5-10 मिनट और ला लो उसके बाद रमाणा साहब ने पहुँच जाना है। सरदार परमवंश सिंह जी बंटी रमाणा जो कि साडे विच पहुंच चुके ने। सो असी जिला फतेहगढ़ साहब की इस पावन पवित्र धरती ते पहुंचण ते उन्होंने बहुत बहुत जी आया आखदे हां ते नाल ही मैं बेनती करदा नौजवान वीरां नूं जिहड़े हले भी बाहर खड़े ने कि आके पंडाल विच सजण दी किरपालता करो। प्रोग्राम है जिहड़ा वो बहुत शॉर्ट दे विच अपना। सो हुण आपां प्रधान जी का जोड़ा स्वागत है वो जोरदार जयकारियां दे नाल करना। सो सारिਆਂ ਨੂੰ बेनती है कि जयकारियां का जवाब है जोड़ा वो तुसीं जयकारियां दे विच देना। श्रोमणी अकाली दल जिंदाबाद, श्रोमणी अकाली दल जिंदाबाद, यूथ अकाली दल जिंदाबाद, यूथ अकाली दल जिंदाबाद, यूथ अकाली दल जिंदाबाद, यूथ अकाली दल यूथ अकाली दल यूथ अकाली दल। सो आवाज है जी थोड़ी जमा ही नहीं आ रही, कृपा करके जरा सारे जाने जयकारे का जवाब दो। श्रोमणी अकाली दल, श्रोमणी अकाली दल, यूथ अकाली दल। परमवंश सिंह जी बंटी रमाणा, सरदार परमवंश सिंह जी बंटी रमाणा, सरदार दीदार सिंह जी भट्टी, यूथ अकाली दल, यूथ अकाली दल, यूथ अकाली दल। सो मैं बेनती करदा सरदार शरणजीत सिंह जी रजवाड़ा साहब नूं कि वो इत्थे पहुंचण ते सरदार परमवंश सिंह जी बंटी रमाणा जी नूं जी आया आखणगे। बहुत ही सत्कारयोग सरदार दीदार सिंह जी पट्टी मुख्य सेवादार हल्का फतेहगढ़ साहब के सरपरस्ती हेठ यूथ अकाली दल हल्का फतेहगढ़ साहब के समूह नौजवान वीरों जी आया नूं आखदे हां। सरदार परमवंश सिंह जी बंटी रमाणा प्रधान यूथ अकाली दल, उन्हां दे नाल समुची लीडरशिप जिन्हां दे नाल खेड़ा साहब विक्की मिट्टू खेड़ा जी ਅਤੇ ਸਾਰੇ ਸਤਿਕਾਰਯੋਗ ਜਿਹੜੇ ਨੌਜਵਾन ਵੀਰ ਆਏ ਹਨ, ਵਿੱਕੀ ਮਿੱਟੂ ਖੇੜਾ ਜੀ, ਚੇਤਨ ਚੌਧਰੀ ਜੀ, ਬਬਲਪ੍ਰੀਤ ਸਿੰਘ ਪ੍ਰਿੰਸ ਜੀ, ਰਵਿੰਦਰ ਖੇੜਾ ਜੀ, ਅਜੇਪਾਲ ਸਿੰਘ ਜੀ ਮਿੱਟੂ ਖੇੜਾ ਜੀ, ਸਾਰੇ ਹੀ ਨੌਜਵਾਨ ਵੀਰਾਂ ਦਾ ਯੂਥ ਅਕਾਲੀ ਦਲ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵੱਲੋਂ ਉਹਨਾਂ ਨੂੰ ਜੀ ਆਇਆਂ ਆਖਿਆ ਜਾਂਦਾ ਹੈ। ਸਾਰੇ ਹਲਕੇ ਦੇ ਜਿਹੜੇ ਨੌਜਵਾਨ ਵੀਰ ਆਪਣਾ ਅੱਜ ਇੱਥੇ ਟਾਈਮ ਕੱਢ ਕੇ ਆਏ ਹਨ, ਉਹਨਾਂ ਦਾ ਖਾਸ ਤੌਰ ਤੇ ਧੰਨਵਾਦ ਕੀਤਾ ਜਾਂਦਾ ਹੈ। ਜਿਹੜਾ ਸਾਰੇ ਸਤਿਕਾਰਯੋਗ ਯੂਥ ਅਕਾਲੀ ਦਲ ਦੇ ਨੌਜਵਾਨ ਵੀਰਾਂ ਦਾ ਧੰਨਵਾਦ ਕੀਤਾ ਜਾਂਦਾ ਹੈ। ਜਿਹੜੇ ਅੱਜ ਆਪਾਂ ਹਲਕਾ ਵਾਈਜ਼ ਰੈਲੀਆਂ ਚੱਲ ਰਹੀਆਂ ਯੂਥ ਅਕਾਲੀ ਦਲ ਵੱਲੋਂ, ਇਸ ਦੇ ਵਿੱਚ ਸਰਦਾਰ ਕੈਪਟਨ ਕਮਲਜੀਤ ਸਿੰਘ, ਕੈਪਟਨ ਅਮਰਿੰਦਰ ਸਿੰਘ ਨੂੰ
ਵੱਲੋਂ ਜਵਾਬ ਮੰਗਿਆ ਜਾ ਰਿਹਾ ਕਿ ਜਿਹੜਾ ਉਹਨੇ ਨੌਜਵਾਨਾਂ ਨਾਲ ਵਾਅਦੇ ਕੀਤੇ ਸੀ, ਜਿਸ ਦੇ ਵਿੱਚ ਸਾਰੇ ਹੀ ਘਰ ਘਰ ਨੌਕਰੀ ਦਾ ਵਾਅਦਾ, ਕਰਜ਼ਾ ਮਾਫੀ ਦਾ ਵਾਅਦਾ, ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ, ਹੋਰ ਬਹੁਤ ਸਾਰੇ ਵਾਅਦੇ, ਉਸ ਦਾ ਜਵਾਬ ਮੰਗਿਆ ਜਾ ਰਿਹਾ ਕਿਉਂਕਿ ਲਗਭਗ 4 ਸਾਲ ਤੋਂ ਵੀ ਉੱਪਰ ਦਾ ਸਮਾਂ ਹੋ ਗਿਆ ਹੈ। ਇਸ ਦੇ ਲਈ ਜਿਹੜੇ ਸਤਿਕਾਰਯੋਗ ਲੀਡਰਸ਼ਿਪ ਆਈ ਹੈ ਉਹਨਾਂ ਦਾ ਸਰਦਾਰ ਦਦਾਰ ਸਿੰਘ ਜੀ ਭੱਟੀ ਵੱਲੋਂ, ਸਰਦਾਰ ਗੁਰਵਿੰਦਰ ਸਿੰਘ ਜੀ ਭੱਟੀ ਪਰਿਵਾਰ ਵੱਲੋਂ, ਸਾਰਿਆਂ ਵੱਲੋਂ ਬਹੁਤ ਬਹੁਤ ਧੰਨਵਾਦ। ਦੁਬਾਰਾ ਸਾਰੀ ਸੰਗਤ ਦਾ, ਨੌਜਵਾਨ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਮੂਹ ਹਲਕਾ ਅਕਾਲੀ ਦਲ ਇਕਾਈ ਵੱਲੋਂ ਤੇ ਸਮੂਹ ਸਰਕਲ ਪ੍ਰਧਾਨਾਂ ਵੱਲੋਂ ਹੁਣ ਮੈਂ ਬੇਨਤੀ ਕਰਦਾ ਸਰਦਾਰ ਜੈਬ ਸਿੰਘ ਜੀ ਜਖਵਾਲੀ ਸਾਹਿਬ ਕਿ ਉਹ 2 ਮਿੰਟ ਦਾ ਸਮਾਂ ਜਿਹੜਾ ਉਹ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ। ਪਰਮ ਸਨਮਾਨਯੋਗ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਦਾਰ ਪਰਮਵੰਸ ਸਿੰਘ ਜੀ ਬੰਟੀ ਰਮਾਣਾ, ਉਹਨਾਂ ਦੇ ਨਾਲ ਸਾਡੇ ਹਲਕਾ ਫਤਿਹਗੜ੍ਹ ਸਾਹਿਬ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਰਬਜੀਤ ਸਿੰਘ ਢਿੰਗਰ ਸਾਹਿਬ, ਨਾਲ ਸਰਦਾਰ ਦਦਾਰ ਸਿੰਘ ਜੀ ਔਰ ਉਹਨਾਂ ਦੇ ਨਾਲ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਰਬਜੀਤ ਸਿੰਘ ਜੀ ਢਿੰਗਰ ਸਾਹਿਬ, ਯੂਥ ਅਕਾਲੀ ਦਲ ਜਿੰਦਾਬਾਦ, ਸਰਦਾਰ ਦਦਾਰ ਸਿੰਘ ਭੱਟੀ ਜਿੰਦਾਬਾਦ, ਗੁਰਵਿੰਦਰ ਸਿੰਘ ਭੱਟੀ ਜਿੰਦਾਬਾਦ, ਰਾਜੂ ਬਾਈ ਜਿੰਦਾਬਾਦ। ਆਗੇ ਜੀ ਕੌਣ ਆ ਗਿਆ? ਹਾਂਜੀ ਧੰਨਵਾਦ। ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਦਾਰ ਪਰਮਵੰਸ ਸਿੰਘ ਜੀ ਬੰਟੀ ਰਮਾਣਾ ਜੀ ਔਰ ਸਾਡੇ ਹਲਕਾ ਫਤਿਹਗੜ੍ਹ ਸਾਹਿਬ ਦੇ ਇੰਚਾਰਜ ਸਰਦਾਰ ਦਦਾਰ ਸਿੰਘ ਜੀ ਭੱਟੀ ਸਾਹਿਬ, ਯੂਥ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਰਬਜੀਤ ਸਿੰਘ ਜੀ ਝਿੰਜਰ ਸਾਹਿਬ, ਗੁਰਵਿੰਦਰ ਸਿੰਘ ਜੀ ਭੱਟੀ, ਹੋਰ ਯੂਥ ਅਕਾਲੀ ਦਲ ਦੇ ਅਹੁਦੇਦਾਰ ਸਾਹਿਬਾਨ ਤੇ ਸਾਹਮਣੇ ਬੈਠੇ ਯੂਥ ਅਕਾਲੀ ਦਲ ਦੇ ਨੌਜਵਾਨ ਵੀਰੋ, ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਹਲਕਾ ਫਤਿਹਗੜ੍ਹ ਸਾਹਿਬ ਦੇ ਵਿੱਚ ਜੋ ਹਲਕਾਵਾਰ ਯੂਥ ਮੰਗ ਦਾ ਜਵਾਬ ਦੇ ਤਹਿਤ ਰੈਲੀਆਂ ਕੀਤੀਆਂ ਜਾ ਰਹੀਆਂ ਨੇ। ਸੋ ਹਲਕਾ ਫਤਿਹਗੜ੍ਹ ਸਾਹਿਬ ਦੇ ਵਿੱਚੋਂ ਨੌਜਵਾਨ ਵੀਰ ਵੱਡੀ ਗਿਣਤੀ ਦੇ ਵਿੱਚ ਨੇ ਜਿਹੜੇ ਉਹ ਇੱਥੇ ਪਹੁੰਚੇ ਨੇ ਔਰ ਉਹਨਾਂ ਨੂੰ ਉਹ ਸਾਡੇ ਸਚਨ ਭਾਰਤਵਾਜ ਜੀ ਜਿਹੜੇ ਸ਼ਹਿਰੀ ਪ੍ਰਧਾਨ ਨੇ ਔਰ ਸਾਰੇ ਹੀ ਜਿੰਨੇ ਸਰਕਲ ਪ੍ਰਧਾਨ ਨੇ ਵੱਖ-ਵੱਖ ਵਿੰਗਾਂ ਦੇ ਯੂਥ ਅਕਾਲੀ ਦਲ ਦੇ ਔਰ ਹੋਰ ਜਿਹੜੇ ਵੀ ਆਏ ਨੇ ਔਰ ਉਹਨਾਂ ਸਾਰਿਆਂ ਦਾ ਧੰਨਵਾਦ ਹੈ। ਜੀ ਆਇਆਂ ਨੂੰ। ਔਰ ਸਰਦਾਰ ਦਦਾਰ ਸਿੰਘ ਜੀ ਭੱਟੀ ਸਾਹਿਬ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਕਿ ਜਿੰਨੇ ਵੀ ਵਿੰਗ ਨੇ, ਚਾਹੇ ਉਹ ਯੂਥ ਅਕਾਲੀ ਦਲ ਹੈ, ਚਾਹੇ ਉਹ ਐਸਸੀ ਵਿੰਗ ਹੈ, ਚਾਹੇ ਉਹ BC ਵਿੰਗ ਹੈ, ਕਿਸੇ ਵੀ ਵਿੰਗ ਦੀ ਕੋਈ ਮੀਟਿੰਗ ਜਾਂ ਰੈਲੀ ਹੋਵੇ ਉਹਦੇ ਵਿੱਚ ਵਿਸ਼ੇਸ਼ ਤੌਰ ਤੇ
ਉਹ ਵਿੰਗ ਤੋਂ ਅੱਗੇ ਹੋ ਕੇ ਹਲਕਾ ਫਤਿਹਗੜ੍ਹ ਸਾਹਿਬ ਦੇ ਵਿੱਚੋਂ ਸਰਦਾਰ ਦਿਦਾਰ ਸਿੰਘ ਜੀ ਭੱਟੀ ਆਪ ਮੋਹਰੀ ਰੋਲ ਅਦਾ ਕਰਕੇ ਬੱਚਿਆਂ ਨੂੰ ਆਸ਼ੀਰਵਾਦ ਦੇ ਕੇ, ਬੱਚਿਆਂ ਨੂੰ ਸਹਿਯੋਗ ਦੇ ਕੇ, ਬੱਚਿਆਂ ਦਾ ਹਰ ਤਰ੍ਹਾਂ ਦਾ ਪ੍ਰਬੰਧ ਕਰਕੇ ਉਹ ਸਹਿਯੋਗ ਦਿੰਦੇ ਨੇ। ਸੋ ਸਾਰੇ ਸਰਕਲ ਪ੍ਰਧਾਨਾਂ ਵੱਲੋਂ, ਯੂਥ ਅਕਾਲੀ ਦਲ ਦੇ ਨੌਜਵਾਨਾਂ ਵੱਲੋਂ, ਜਿੱਥੇ ਸਰਦਾਰ ਸਰਬਜੀਤ ਸਿੰਘ ਜੀ ਝਿੰਜਰ ਜੋ ਯੂਥ ਅਕਾਲੀ ਦਲ ਨੂੰ ਬਹੁਤ ਵਧੀਆ ਤਰੀਕੇ ਨਾਲ ਚਲਾ ਸਕਦੇ ਨੇ, ਉਹ ਕੰਮ ਕਰਦੇ ਨੇ, ਉੱਥੇ ਹਲਕੇ ਦੇ ਵਿੱਚ ਸਰਦਾਰ ਦਿਦਾਰ ਸਿੰਘ ਜੀ ਭੱਟੀ ਆਪਣੇ ਸਾਰੇ ਵਿੰਗਾਂ ਨੂੰ, ਸਾਰੇ ਨੌਜਵਾਨਾਂ ਨੂੰ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਹਰ ਪੱਖੋਂ ਅੱਗੇ ਲੈ ਕੇ ਜਾ ਰਹੇ ਨੇ ਔਰ ਹਰ ਵਿੰਗ ਦੀ ਮਦਦ ਕਰਦੇ ਨੇ। ਸੋ ਇਹਨਾਂ ਦਾ ਅਸੀਂ ਸਮੁੱਚੇ ਨੌਜਵਾਨਾਂ ਵੱਲੋਂ ਸਰਦਾਰ ਦਿਦਾਰ ਸਿੰਘ ਜੀ ਭੱਟੀ ਸਾਹਿਬ ਦਾ, ਸਰਦਾਰ ਗੁਰਵਿੰਦਰ ਸਿੰਘ ਜੀ ਭੱਟੀ ਸਾਹਿਬ ਦਾ, ਜਸ਼ਨਦੀਪ ਜੀ ਭੱਟੀ ਜੀ ਦਾ ਔਰ ਸਮੁੱਚੇ ਨੌਜਵਾਨ ਵੀਰਾਂ ਦਾ, ਸਾਰੇ ਸਾਡੇ ਆਗੂ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ। ਜੀ ਆਇਆਂ ਨੂੰ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਰਦਾਰ ਬਲਜਿੰਦਰ ਸਿੰਘ ਜੀ ਲੋਪੋ ਤੇ ਸਰਦਾਰ ਸਤਵਿੰਦਰ ਸਿੰਘ ਜੀ ਗਿੱਲ ਸਾਹਿਬ, ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਨਿੱਘੀ ਜੀ ਆਇਆ। ਸੋ ਮੈਂ ਬੇਨਤੀ ਕਰਦਾ ਸਰਦਾਰ ਵਿੱਕੀ ਮਿੱਤਲ ਜੀ ਪ੍ਰਧਾਨ ਯੂਥ ਅਕਾਲੀ ਦਲ ਸ਼ਹਿਰੀ ਕਿ ਉਹ ਵੀ ਆਪਣੇ ਵਿਚਾਰ ਨੇ ਜਿਹੜੇ ਤੁਹਾਡੇ ਨਾਲ 2 ਮਿੰਟ ਲਈ ਸਾਂਝੇ ਕਰਨਗੇ। ਪਰਮ ਸਤਿਕਾਰਯੋਗ ਸਾਡੇ ਯੂਥ ਅਕਾਲੀ ਦਲ ਦੇ ਪ੍ਰਧਾਨ ਬੰਟੀ ਰਮਾਣਾ ਜੀ, ਜਿਨ੍ਹਾਂ ਦਾ ਉਰੇ ਪਹੁੰਚਣ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਸਾਡੇ ਅਮਲੋਹ ਤੋਂ ਬਹੁਤ ਯੂਥ ਭਰਾ ਆਏ ਨੇ, ਉਹਨਾਂ ਦਾ ਵੀ, ਤੇ ਮੈਂ ਸਾਰੀ ਲੀਡਰਸ਼ਿਪ ਨੂੰ ਵਿਸ਼ਵਾਸ ਦਿਵਾਉਣਾ ਵੀ ਯੂਥ ਅਕਾਲੀ ਦਲ ਜ਼ਿਲ੍ਹੇ ਦੀਆਂ 3 ਸੀਟਾਂ ਦੇ 22 ਦੇ ਵਿੱਚ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰੂ। ਫੇਰ ਤੋਂ ਮੈਂ ਦੁਬਾਰਾ ਤੋਂ ਸਾਰਿਆਂ ਨੂੰ ਉਰੇ ਜੀ ਆਇਆ ਕਰਨਾ। ਧੰਨਵਾਦ ਜੀ। ਸੋ ਬਹੁਤ ਬਹੁਤ ਧੰਨਵਾਦ ਵਿੱਕੀ ਮਿੱਤਲ ਜੀ ਦਾ। ਸੋ ਹੁਣ ਮੈਂ ਬੇਨਤੀ ਕਰਦਾ ਸਾਡੇ ਯੂਥ ਆਗੂ ਸਰਦਾਰ ਗੁਰਵਿੰਦਰ ਸਿੰਘ ਜੀ ਭੱਟੀ ਸਾਹਿਬ ਕਿ ਉਹ ਵੀ ਤੁਹਾਡੇ ਨਾਲ ਆਪਣੇ ਵਿਚਾਰ ਨੇ ਜਿਹੜੇ ਉਹ ਸਾਂਝੇ ਕਰਨਗੇ। ਅੱਜ ਯੂਥ ਅਕਾਲੀ ਦਲ ਦੀ ਇਸ ਵਿਸ਼ੇਸ਼ ਇਕੱਤਰਤਾ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸਰਦਾਰ ਪਰਮਬੰਸ ਸਿੰਘ ਜੀ ਰਮਾਣਾ ਸਾਹਿਬ, ਪ੍ਰਧਾਨ ਯੂਥ ਅਕਾਲੀ ਦਲ, ਔਰ ਇਹਨਾਂ ਦੇ ਨਾਲ ਆਈ ਸਮੁੱਚੀ ਯੂਥ ਵਿੰਗ ਦੀ ਵਰਕਰ ਵੀਰੋ, और मंच पे विराजमान सरदार दिदार सिंह जी भट्टी साहब, मेरे बड़े वीर सरदार गुरप्रीत सिंह जी राजू खन्ना जी, और इलाके के कोने कोने तो आए मेरे बहुत ही सत्कारयोग वीरों, बुजुर्गों, नौजवान साथियों, गुरु फतेह प्रवान करनी। वाहेगुरु जी का खालसा, श्री वाहेगुरु जी की फतेह। आने वाले 6 ਮਹੀਨਿਆਂ ਦੇ ਵਿੱਚ ਪੰਜਾਬ ਵਿਧਾਨ ਸਭਾ ਦੀ ਚੋਣ ਹੋਣ ਜਾ ਰਹੀ ਹੈ, ਜਿਹਦੇ ਵਿੱਚ ਅੱਜ ਪ੍ਰੋਗਰਾਮ ਦੇਣ ਵਾਸਤੇ ਸਰਦਾਰ ਪਰਮਬੰਸ ਸਿੰਘ ਜੀ ਰਮਾਣਾ ਸਾਹਿਬ ਵਿਸ਼ੇਸ਼ ਤੌਰ ਤੇ ਆਪਣੇ ਵਿੱਚ ਪਹੁੰਚੇ ਨੇ। ਮੈਂ ਜਿੱਥੇ ਇਹਨਾਂ ਨੂੰ ਇੱਥੇ ਆਇਆ ਤੇ ਜੀ ਆਇਆ ਆਖਦਾ, ਉੱਥੇ ਸਮੁੱਚੇ ਨੌਜਵਾਨ ਵੀਰਾਂ ਵੱਲੋਂ ਵੀ ਵਿਸ਼ਵਾਸ ਦਿਵਾਉਣਾ ਕਿ ਆਉਣ ਵਾਲੀ ਜਿਹੜੀ ਵਿਧਾਨ ਸਭਾ ਚੋਣ ਆ ਉਹਦੇ ਵਿੱਚ ਵੱਧ ਤੋਂ ਵੱਧ ਮਿਹਨਤ ਕਰਕੇ ਲਾਮਬੰਦ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਸਮੁੱਚੇ ਜ਼ਿਲ੍ਹੇ ਚੋਂ ਔਰ ਵਿਸ਼ੇਸ਼ ਤੌਰ ਤੇ ਇਸ ਹਲਕੇ ਤੋਂ ਸਰਦਾਰ ਦਿਦਾਰ ਸਿੰਘ ਜੀ ਭੱਟੀ ਦੀ ਜਿੱਤ ਨੂੰ ਯਕੀਨੀ ਬਣਾਉਣ ਵਾਸਤੇ ਸਮੁੱਚਾ ਯੂਥ ਅਕਾਲੀ ਦਲ ਲਾਮਬੰਦ ਹੋ ਕੇ ਦਿਨ ਰਾਤ ਇੱਕ ਕਰਕੇ ਮਿਹਨਤ ਕਰੇਗਾ। ਔਰ ਅੱਜ ਜਿਹੜਾ ਪ੍ਰੋਗਰਾਮ ਸਰਦਾਰ ਬੰਟੀ ਰਮਾਣਾ ਜੀ ਨੇ ਦੇਣਾ ਉਹਨੂੰ ਆਪਾਂ ਪਿੰਡ ਪਿੰਡ ਜਾ ਕੇ, ਸ਼ਹਿਰ ਦੇ ਕੋਨੇ ਕੋਨੇ ਦੇ ਵਿੱਚ ਜਾ ਕੇ ਪ੍ਰਚਾਰ ਕਰਕੇ ਆਪਣੀ ਪਾਰਟੀ ਦੀ ਮਜ਼ਬੂਤੀ ਵਾਸਤੇ ਔਰ ਚੜ੍ਹਦੀ ਕਲਾ ਵਾਸਤੇ ਆਪਾਂ ਕੰਮ ਕਰਨਾ। ਮੈਂ ਆਸ ਕਰਦਾ ਕਿ ਤੁਸੀਂ ਸਾਰੇ ਹਮੇਸ਼ਾ ਹੀ ਬਹੁਤ ਮਾਣ ਤੇ ਸਤਿਕਾਰ ਸਾਡੇ ਪਰਿਵਾਰ ਨੂੰ, ਸਰਦਾਰ ਦਿਦਾਰ ਸਿੰਘ ਜੀ ਭੱਟੀ ਨੂੰ ਦਿੰਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ ਆ। ਮੈਂ ਸਮਝਦਾ ਕਿ ਅਸੀਂ ਸਾਰੀ ਉਮਰ ਵੀ ਤੁਹਾਡੀ ਸੇਵਾ ਕਰੀਏ ਤਾਂ ਵੀ ਤੁਹਾਡਾ ਕਰਜ਼ਾ ਉਤਾਰ ਨਹੀਂ ਸਕਦੇ। ਇਸ ਵਾਸਤੇ ਮੈਂ परमात्मा के चरणों च अरदास करदा सानू समर्था ते शक्ति बख्शण कि असीं तुहाडीआं उम्मीदां ते तुहाडीआं आसां ते पूरे उतर सकीए और इस तरह इस इलाके की चढ़ती कला, सुख शांति,
ਤੇ ਤੁਹਾਡੇ ਸਾਰੇ ਪਰਿਵਾਰਾਂ ਦੀ ਚੜ੍ਹਦੀ ਕਲਾ ਵਾਸਤੇ ਹਮੇਸ਼ਾ ਯਤਨਸ਼ੀਲ ਰਹੀਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸੋ ਸਮੇਂ ਨੂੰ ਦੇਖਦੇ ਹੋਏ ਤੇ ਗਰਮੀ ਦੇ ਮੌਸਮ ਕਰਕੇ ਅਸੀਂ ਆਪਣੀ ਸਟੇਜ ਤੇ ਵਿਰਾਜਮਾਨ ਬਾਕੀ ਸਮੁੱਚੀ ਲੀਡਰਸ਼ਿਪ ਤੇ ਯੂਥ ਅਕਾਲੀ ਦਲ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਅਹੁਦੇਦਾਰ ਜੋ ਕਿ ਇੱਥੇ ਵੱਡੇ ਕਾਫਲੇ ਲੈ ਕੇ ਪਹੁੰਚੇ ਨੇ, ਉਹਨਾਂ ਤੋਂ ਮਾਫੀ ਮੰਗਦੇ ਹੋਏ ਮੈਂ ਬੇਨਤੀ ਕਰਦਾ ਸਰਦਾਰ ਸਰਬਜੀਤ ਸਿੰਘ ਝਿੰਜਰ ਪ੍ਰਧਾਨ ਯੂਥ ਅਕਾਲੀ ਦਲ ਨੂੰ ਕਿ ਉਹ ਆ ਕੇ ਤੁਹਾਡੇ ਨਾਲ ਆਪਣੇ ਜਿਹੜੇ ਵਿਚਾਰ ਨੇ ਉਹ ਰੱਖਣ। ਸਟੇਜ ਤੇ ਬਿਰਾਜਮਾਨ ਬਹੁਤ ਹੀ ਸਤਿਕਾਰਯੋਗ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਮੇਰੇ ਵੱਡੇ ਵੀਰ ਸਰਦਾਰ ਪਰਮਬੰਸ ਸਿੰਘ ਜੀ ਰਮਾਣਾ ਸਾਹਿਬ, ਉਹਨਾਂ ਦੇ ਨਾਲ ਮੇਰੇ ਪਿਤਾ ਸਮਾਨ ਮਾਨ ਤੇ ਸਤਿਕਾਰਯੋਗ ਹਲਕਾ ਫਤਿਹਗੜ੍ਹ ਸਾਹਿਬ ਦੀ ਸ਼ਾਨ ਸਰਦਾਰ ਦਦਾਰ ਸਿੰਘ ਜੀ ਭੱਟੀ ਜੀ, ਉਹਨਾਂ ਦੇ ਨਾਲ ਮੇਰੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਸਰਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਜੀ, ਗੁਰਵਿੰਦਰ ਸਿੰਘ ਭੱਟੀ ਜੀ ਅਤੇ ਸਤਿਕਾਰਯੋਗ ਯੂਥ ਅਕਾਲੀ ਦਲ ਦੀ ਸਟੇਜ ਤੇ ਬਿਰਾਜਮਾਨ ਸਾਰੀ ਹੀ ਬਹੁਤ ਹੀ ਸਤਿਕਾਰਯੋਗ ਲੀਡਰਸ਼ਿਪ, ਸਾਹਮਣੇ ਬੈਠੇ ਨੌਜਵਾਨ ਵੀਰੋ, ਗੱਜ ਵੱਜ ਕੇ ਨਾਲ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾ, ਜੇ ਤੁਸੀਂ ਪਿਆਰ ਨਾਲ ਇੱਥੇ ਆਏ ਹੋ, ਦੋਵੇਂ ਬਾਹਾਂ ਖੜੀਆਂ ਕਰਕੇ ਪਹਿਲਾਂ ਇੱਕ ਨਾਰਾ ਲਾਈਏ, ਉਸ ਤੋਂ ਬਾਅਦ ਮੈਂ ਆਪਣੇ ਵਿਚਾਰ ਰੱਖੂੰਗਾ। ਬੋਲੇ ਸੋ ਨਿਹਾਲ, ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ, ਯੂਥ ਅਕਾਲੀ ਦਲ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਜਿੱਥੇ ਕੈਪਟਨ ਸਰਕਾਰ ਤੋਂ ਜਵਾਬ ਮੰਗਣ ਲਈ ਇਸ ਹਲਕੇ ਦੇ ਇੱਕ ਇੱਕ ਪਿੰਡ ਤੋਂ ਨੌਜਵਾਨ ਵੀਰ ਪਹੁੰਚੇ ਨੇ, ਆਪਣੇ ਨਾਲ ਜਿਹੜੀ ਠੱਗੀ 2017 ਦੇ ਵਿੱਚ ਹੋਈ ਸੀ, ਨੌਕਰੀਆਂ ਦੇ ਨਾਂ ਤੇ, ਕਰਜ਼ਾ ਮਾਫੀ ਦੇ ਨਾਂ ਤੇ, ਘਰ ਘਰ ਫੋਨ ਦੇਣ ਦੇ ਨਾਂ ਤੇ, ਘਰ ਘਰ ਨੌਕਰੀ ਦੇਣ ਦੇ ਨਾਂ ਤੇ ਅਨੇਕਾਂ, ਜੇ ਕਿਤੇ ਮੈਂ ਬੋਲਣ ਲੱਗ ਜਾ ਸ਼ਾਇਦ 3-4 ਘੰਟੇ ਹੀ ਬੋਲ ਸਕਦਾ ਕਿ ਅਕਾਲੀਆਂ ਨੇ ਕੀ ਕੀ ਕੀਤਾ ਤੇ ਕਾਂਗਰਸੀਆਂ ਨੇ ਕੀ ਕੀ ਧੋਖੇ ਕੀਤੇ ਨੇ। ਇਹ 3-4 ਘੰਟੇ ਦਾ ਮੇਰਾ ਐਕਸਪੀਰੀਅੰਸ ਹੈ। ਮੈਂ 3-4 ਘੰਟੇ ਲਗਾਤਾਰ ਸਿਰਫ ਇੱਕ ਵਿਸ਼ੇ ਦੀ ਬੋਲ ਸਕਦਾ ਕਿ ਅਕਾਲੀ ਦਲ ਨੇ ਜਦੋਂ ਦਾ ਦੇਸ਼ ਆਜ਼ਾਦ ਹੋਇਆ ਕੀ ਕੀ ਕੀਤਾ ਤੇ ਕਾਂਗਰਸ ਨੇ ਕਿਹੜੇ ਕਿਹੜੇ ਧੋਖੇ ਕੀਤੇ ਨੇ। ਪਰ ਆਪਾਂ ਅੱਜ ਵਿਚਾਰ ਸੁਣਨੇ ਆ ਸਰਦਾਰ ਪਰਮਬੰਸ ਸਿੰਘ ਜੀ ਦੇ, ਰਮਾਣਾ ਸਾਹਿਬ ਜੀ ਦੇ, ਉਹ ਵਿਸ਼ੇਸ਼ ਤੌਰ ਤੇ ਇੱਕ ਸੁਨੇਹਾ ਲੈ ਕੇ ਆਪਣੇ ਲਈ ਉਰੇ ਪਹੁੰਚੇ ਨੇ। ਜਿਸ ਤਰ੍ਹਾਂ ਤੁਸੀਂ ਸਤਿਕਾਰ ਨਾਲ ਬੈਠੇ ਹੋ, ਬੇਨਤੀ ਹੈ ਕਿ ਅਗਲੇ 20 ਮਿੰਟ ਹੋਰ ਇਸ ਤਰ੍ਹਾਂ ਪਿਆਰ ਤੇ ਸਤਿਕਾਰ ਨਾਲ ਬੈਠੇ ਰਹੋ, ਕਿਉਂਕਿ ਬਹੁਤ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਤੁਸੀਂ ਪਹੁੰਚੇ ਹੋ, ਜਿੱਥੇ ਤੁਹਾਡਾ ਧੰਨਵਾਦ ਕਰਦੇ ਹਾਂ। ਜਿੱਥੇ ਸਮਾਗਮ ਸੰਬੰਧੀ ਪਿੰਡ ਪਿੰਡ ਜਾ ਕੇ ਜਦੋਂ ਮੀਟਿੰਗਾਂ ਕੀਤੀਆਂ, ਨੌਜਵਾਨ ਵੀਰਾਂ ਨੂੰ ਮਿਲੇ, ਇੱਕ ਸਾਰੇ ਨੌਜਵਾਨ ਵੀਰਾਂ ਨੇ ਇੱਕ ਗੱਲ ਜ਼ਰੂਰ ਕਹੀ ਸੀ ਕਿ ਜਿਹੜੀ ਤੁਹਾਡੀ ਭਾਵਨਾ ਉਹ ਸਟੇਜ ਤੋਂ ਬੋਲੀ ਜਾਵੇ। ਉਹ ਨੌਜਵਾਨਾਂ ਦੀ ਭਾਵਨਾ ਇਹ ਹੈ ਕਿ ਸਾਰੇ ਇਕੱਠੇ ਹੋ ਕੇ ਆਪਾਂ ਆਉਣ ਵਾਲੀ 2017 ਦੇ ਵਿੱਚ ਇਸ ਹਲਕੇ ਤੋਂ ਮਾਨਯੋਗ ਸਰਦਾਰ ਦਦਾਰ ਸਿੰਘ ਭੱਟੀ ਜੀ ਨੂੰ 2022 ਦੇ ਵਿੱਚ ਆਪਾਂ ਮਾਨਯੋਗ ਸਰਦਾਰ ਦਦਾਰ ਸਿੰਘ ਭੱਟੀ ਜੀ ਨੂੰ ਵਿਧਾਨ ਸਭਾ ਦੇ ਵਿੱਚ ਭੇਜੀਏ। ਆਉਣ ਵਾਲੀ 2022 ਦੇ ਵਿੱਚ ਇਸ ਹਲਕੇ ਤੋਂ ਐਮਐਲਏ ਦੀ ਨੁਮਾਇੰਦਗੀ ਸਰਦਾਰ ਦਦਾਰ ਸਿੰਘ ਜੀ ਭੱਟੀ ਜੀ ਕਰਨ, ਤਾਂ ਕਿ ਕੱਲੇ ਕੱਲੇ ਪਿੰਡ ਜਿਹੜੇ ਆਪਣੇ ਨਾਲ ਧੱਕੇ ਹੋਏ ਨੇ, ਜਿਹੜੇ ਕੱਲੇ ਕੱਲੇ ਪਿੰਡ ਧੱਕੇ ਛਾਈਆਂ ਹੋਈਆਂ ਨੇ, ਜਿਹੜੀਆਂ ਡਿਵੈਲਪਮੈਂਟ ਦੀਆਂ ਸਕੀਮਾਂ, ਜਿਹੜੀਆਂ ਲੋਕ ਭਲਾਈ ਸਕੀਮਾਂ ਕੱਲੇ ਕੱਲੇ ਪਿੰਡ ਬੰਦ ਹੋ ਗਈਆਂ, ਉਹ ਸਰਦਾਰ ਸਿੰਘ ਜੀ ਭੱਟੀ ਅਗਵਾਈ ਦੇ ਵਿੱਚ ਦੁਬਾਰਾ ਚੱਲ ਸਕਣ। ਸੋ ਸਮੇਂ ਦੀ ਨਿਯਾਕਤ ਨੂੰ ਦੇਖਦੇ ਹੋਏ, ਕਿਉਂਕਿ ਥੋੜਾ ਸਮਾਂ ਗਰਮੀ ਦਾ, ਸੋ ਮੈਂ ਆਪਣੇ ਸ਼ਬਦਾਂ ਨੂੰ ਸੰਕੋਚਦੇ ਹੋਏ ਇਹੀ ਬੇਨਤੀ ਕਰਦਾ ਕਿ ਸਾਰੇ ਨੌਜਵਾਨ ਵੀਰ ਇੱਕ ਮਿੰਟ ਹੋ ਕੇ ਆਪਾਂ ਸਾਰੇ ਕਦਮ ਨਾਲ ਕਦਮ ਮਿਲਾ ਕੇ, ਮੋਢੇ ਨਾਲ ਮੋਢੇ ਮਿਲਾ ਕੇ ਸਾਰੇ ਆਪਾਂ ਇੱਕ ਮਿੰਟ ਹੋ ਕੇ ਚੱਲੀਏ। ਨੌਜਵਾਨ ਵੀਰ ਵੱਡੇ ਕਾਫਲਿਆਂ ਦੇ ਵਿੱਚ ਪਹੁੰਚੇ ਨੇ, ਬਹੁਤ ਤੁਸੀਂ ਜੋਸ਼ ਨਾਲ ਪਹੁੰਚੇ ਹੋ। ਨਾਂ ਲੈਣ ਲੱਗਾ ਤਾਂ ਨਾਂ ਕਾਫੀ ਨੇ, ਫਿਰ ਗੁਸਤਾਖੀ ਹੋ ਜੂ, ਕਿਸੇ ਦਾ ਨਾਂ ਰਹਿ ਜਾਣਾ। ਇਸ ਲਈ ਮੈਂ ਸਾਰਿਆਂ ਤੋਂ ਬਹੁਤ ਹੀ ਨਿਮਰਤਾ ਨਾਲ, ਹੱਥ ਬੰਨ੍ਹ ਕੇ ਨਿਮਰਤਾ ਨਾਲ ਸਾਰਿਆਂ ਦਾ ਜਿੱਥੇ ਧੰਨਵਾਦ ਕਰਦਾ ਕਿ ਤੁਸੀਂ ਇੱਥੇ ਬੋਲਦੇ ਪਹੁੰਚੇ ਹੋ।
ਇਸੇ ਤਰ੍ਹਾਂ ਤੁਸੀਂ ਪਿਆਰ ਤੇ ਸਤਿਕਾਰ ਦਿੰਦੇ ਰਹੋਗੇ। ਗੱਜ ਵੱਜ ਕੇ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਸਿੰਘ ਪੱਟੀ ਜਿੰਦਾਬਾਦ, ਸਰਦਾਰ ਸਿੰਘ ਪੱਟੀ ਜਿੰਦਾਬਾਦ, ਯੂਥ ਅਕਾਲੀ ਦਲ ਜਿੰਦਾਬਾਦ, ਯੂਥ ਅਕਾਲੀ ਦਲ ਜਿੰਦਾਬਾਦ। ਸੋ ਸਾਡੇ ਵਿਚਕਾਰ ਪਹੁੰਚੇ ਸਰਦਾਰ ਰਮੇਸ਼ ਸਿੰਘ ਜੀ ਰਾਠੀ, ਬਹੁਤ ਬਹੁਤ ਜੀ ਆਇਆਂ ਉਹਨਾਂ ਨੂੰ ਵੀ। ਸੋ ਹੁਣ ਮੈਂ ਬੇਨਤੀ ਕਰਦਾ, ਬਹੁਤ ਲੰਬੇ ਸਮੇਂ ਤੋਂ ਯੂਥ ਦੀ ਅਗਵਾਈ ਕਰਦੇ ਆ ਰਹੇ ਸਾਡੇ ਵੱਡੇ ਵੀਰ ਸਰਦਾਰ ਗੁਰਪ੍ਰੀਤ ਸਿੰਘ ਜੀ ਰਾਜੂ ਖੰਨਾ, ਹਲਕਾ ਇੰਚਾਰਜ ਵੱਲੋਂ, ਕਿ ਉਹ ਵੀ ਆ ਕੇ ਤੁਹਾਡੇ ਨਾਲ ਜਿਹੜੇ ਆਪਣੇ ਵਿਚਾਰ ਰੱਖਣ। ਸਾਡੇ ਬਹੁਤ ਹੀ ਸਤਿਕਾਰਯੋਗ ਅੱਜ ਦੇ ਇਸ ਸਮਾਗਮ ਦੇ ਮੁੱਖ ਮਹਿਮਾਨ ਮੇਰੇ ਪਰਮ ਮਿੱਤਰ, ਮੇਰੇ ਭਰਾ ਪਰਮਬੰਸ ਸਿੰਘ ਜੀ ਰਮਾਣਾ ਸਾਹਿਬ, ਪ੍ਰਧਾਨ ਯੂਥ ਅਕਾਲੀ ਦਲ, ਉਹਨਾਂ ਦੇ ਨਾਲ ਮੇਰੇ ਪਿਤਾ ਸਮਾਨ ਇਸ ਹਲਕੇ ਦੇ ਸੇਵਾਦਾਰ ਸਾਬਕਾ ਐਮਐਲਏ ਸਰਦਾਰ ਦਦਾਰ ਸਿੰਘ ਭੱਟੀ ਜੀ, ਉਹਨਾਂ ਦੇ ਨਾਲ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਇਹ ਰੈਲੀ ਹੋ ਰਹੀ ਹੈ, ਸਰਦਾਰ ਸਰਬਜੀਤ ਸਿੰਘ ਝੱਜਰ ਜੀ, ਸਾਡੇ ਬਹੁਤ ਹੀ ਸਤਿਕਾਰਯੋਗ ਕੌਮੀ ਜਨਰਲ ਸੈਕਟਰੀ ਸ਼ਰਨਜੀਤ ਸਿੰਘ ਚਨਾਦਲ ਜੀ, ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਕੌਮੀ ਜਨਰਲ ਸੈਕਟਰੀ ਇਕਬਾਲ ਸਿੰਘ ਰਾਏ ਜੀ, ਸਾਡੇ ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਸਿੰਦਰਪਾਲ ਸਿੰਘ ਵਿੱਕੀ ਮਿੱਤਲ ਜੀ, ਉਹਨਾਂ ਦੇ ਨਾਲ ਅਮਿਤ ਰਾਠੀ ਜੀ ਜੋ ਨੈਸ਼ਨਲ ਜਨਰਲ ਸੈਕਟਰੀ ਨੇ, ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਵਿੰਦਰ ਸਿੰਘ ਭੱਟੀ ਜੀ, ਜਸ਼ਨ ਭੱਟੀ ਜੀ, ਸਾਡੇ ਮੇਰੇ ਛੋਟੇ ਵੀਰ ਵਿੱਕੀ ਮਿੱਟੂ ਖੇੜਾ ਜੀ, ਖੇੜਾ ਸਾਹਿਬ, ਗਿੱਲ ਸਾਹਿਬ, ਪ੍ਰਿੰਸ ਜੀ, ਤੇ ਸਾਡੇ ਸਾਹਮਣੇ ਸੋਮਲ ਜੀ, ਬਿੱਟੂ ਚੁੰਨੀ ਜੀ, ਤੇ ਮੇਰੇ ਸਾਹਮਣੇ ਇਸ ਸਰਹੰਦ ਹਲਕੇ ਦੇ ਵਿੱਚੋਂ ਵੱਖ-ਵੱਖ ਨਗਰਾਂ ਚੋਂ ਆਏ ਨੌਜਵਾਨ ਵੀਰ। ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਫਤਿਹ ਦਾ ਜਵਾਬ ਗੱਜ ਵੱਜ ਕੇ ਦੇਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ। ਸੋ ਸਭ ਤੋਂ ਪਹਿਲਾਂ ਮੈਂ ਜੀਓ ਆਖਦਾ ਮੇਰੇ ਪਰਮ ਮਿੱਤਰ ਸਾਡੇ ਯੂਥ ਦੇ ਪ੍ਰਧਾਨ ਰਮਾਣਾ ਸਾਹਿਬ ਨੂੰ, ਤੇ ਵਧਾਈ ਦੇਣਾ ਚਾਹੁੰਦਾ ਜਿੱਥੇ ਰਮਾਣਾ ਸਾਹਿਬ ਨੂੰ, ਭੱਟੀ ਸਾਹਿਬ ਨੂੰ, ਸ਼ਰਨਜੀਤ ਜੀ ਨੂੰ, ਝਿੰਜਰ ਸਾਹਿਬ ਨੂੰ, ਵਿੱਕੀ ਮਿੱਤਲ ਜੀ ਨੂੰ, ਸਾਰਿਆਂ ਨੂੰ, ਗੁਰਵਿੰਦਰ ਭੱਟੀ ਜੀ ਨੂੰ, ਕਿ ਅੱਜ ਇਸ ਹਲਕੇ ਦੇ ਵਿੱਚੋਂ ਨੌਜਵਾਨਾਂ ਦੇ ਬੜਾ ਪ੍ਰਭਾਵਸ਼ਾਲੀ ਇਕੱਠ ਹੋਇਆ ਤੇ ਤਕਰੀਬਨ ਸਾਰੇ ਨੌਜਵਾਨ ਇਸ ਰੈਲੀ ਦੇ ਵਿੱਚ ਸ਼ਾਮਲ ਹੋਏ ਨੇ। ਸੋ ਸਮਾਂ ਕਾਫੀ ਹੋ ਗਿਆ, ਮੈਂ ਜ਼ਿਆਦਾ ਸਮਾਂ ਨਹੀਂ ਲੈਣਾ। ਜੋ ਇਹ ਪੰਜਾਬ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਵੱਲੋਂ, ਮਜੀਠੀਆ ਸਾਹਿਬ ਵੱਲੋਂ ਪੰਜਾਬ ਮੰਗਦਾ ਹਿਸਾਬ ਇਹ ਰੈਲੀਆਂ ਹੋ ਰਹੀਆਂ ਨੇ, ਉਸ ਲੜੀ ਤਹਿਤ ਰਮਾਣਾ ਸਾਹਿਬ ਵੱਲੋਂ ਹਰੇਕ ਹਲਕੇ ਵਿੱਚ ਜਾ ਕੇ ਯੂਥ ਦੀਆਂ ਰੈਲੀਆਂ ਕਰਕੇ ਨੌਜਵਾਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ, ਨੌਜਵਾਨਾਂ ਨੂੰ ਇਕੱਠੇ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਜਿਹੜਾ ਇਕੱਠਾ ਕੀਤਾ ਜਾ ਰਿਹਾ। ਭਰਾਵੋ, ਸੋਚਣ ਦੀ ਗੱਲ ਇਹ ਆ ਕਿ ਜਦੋਂ ਪਹਿਲਾਂ ਪਿਛਲੀ ਵਾਰ ਕੈਪਟਨ ਨੇ ਘਰ ਘਰ ਜਾ ਕੇ ਫਾਰਮ ਭਰਾਏ, ਨੌਕਰੀ ਦੇਵਾਂਗੇ, ਜਿਹਨੂੰ ਨੌਕਰੀ ਲੇਟ ਮਿਲੀ ਬੇਰੁਜ਼ਗਾਰ ਭੱਤਾ ਦੇਵਾਂਗੇ, ਕਿੰਨੇ ਵਾਅਦੇ ਸਮਾਰਟਫੋਨ ਦੇ। ਮੈਂ ਅੱਜ ਗੱਲ ਨੌਜਵਾਨਾਂ ਦੀ ਕਰਨੀ ਆ ਵੀ ਕਿੱਡੇ ਵਾਅਦੇ ਕੀਤੇ ਸੀਗੇ। ਦੇਖੋ, ਘਰ ਘਰ ਨੌਕਰੀ ਕਿਹਨੂੰ ਮਿਲੀ ਆਪਾਂ ਸਾਰੇ ਜਾਣਦੇ ਆ। ਕਿਸੇ ਨੂੰ ਕੋਈ ਨੌਕਰੀ ਨਹੀਂ ਮਿਲੀ, ਕੋਈ ਬੇਰੁਜ਼ਗਾਰ ਭੱਤਾ ਨਹੀਂ ਮਿਲਿਆ, ਕੋਈ ਸਮਾਰਟਫੋਨ ਨਹੀਂ ਮਿਲੇ। ਬਾਕੀ ਕਰਜ਼ਾ ਮਾਫੀ, ਪੈਨਸ਼ਨ ਦੀ ਗੱਲ ਉਹ ਤੁਹਾਨੂੰ ਰਮਾਣਾ ਸਾਹਿਬ ਕਰਨਗੇ, ਦੱਸਣਗੇ ਸਾਰੇ ਬੜੇ ਵਿਸਤਾਰ ਨਾਲ। ਤੇ ਦੂਜੇ ਪਾਸੇ ਦੇਖੋ, ਅੱਜ ਪੰਜਾਬ ਦੇ ਵਿੱਚ ਸਾਰਾ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਰੋ ਰਿਹਾ। ਚਾਹੇ ਕਰਜ਼ਾ ਮਾਫ ਦੀ ਗੱਲ ਕਰ ਲਈਏ, ਘਰ ਘਰ ਨੌਕਰੀ ਦੀ ਗੱਲ ਕਰ ਲਈਏ, ਚਾਹੇ ਬੇਰੁਜ਼ਗਾਰ ਭੱਤੇ ਦੀ ਗੱਲ ਕਰ ਲਈਏ, ਤਾਂ ਮੈਂ ਸਮਝਦਾ ਕਿ ਸਾਰੇ ਪੰਜਾਬ ਕੈਪਟਨ ਨੂੰ ਰੋ ਰਿਹਾ। ਤੇ ਮੈਂ ਦੂਜੇ ਪਾਸੇ ਵਧਾਈ ਦੇਣਾ ਚਾਹੁੰਦਾ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ, ਸਰਦਾਰ ਬਿਕਰਮ ਸਿੰਘ ਮਜੀਠੀਆ ਜੀ ਨੂੰ, ਰਮਾਣਾ ਜੀ ਨੂੰ। ਮੈਨੂੰ ਯਾਦ ਆ ਕਿ ਜਦੋਂ 10 ਸਾਲ ਪਹਿਲਾਂ ਜਦੋਂ ਆਪਣੀ ਸਰਕਾਰ ਬਣੀ ਨਹੀਂ ਸੀ ਪਹਿਲੀ, ਤਾਂ ਉਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਨੌਜਵਾਨਾਂ ਨੂੰ ਇਹ ਗੱਲ ਕਹੀ ਸੀ, ਸਰਦਾਰ ਬਿਕਰਮ ਸਿੰਘ ਮਜੀਠੀਆ ਜੀ ਦੀ ਅਗਵਾਈ ਦੇ ਵਿੱਚ ਨੌਜਵਾਨਾਂ ਨੂੰ ਗੱਲ ਕਹੀ
ਕਿ ਸਰਕਾਰ ਅਕਾਲੀ ਦਲ ਦੀ ਸਰਕਾਰ ਬਣਨ ਤੋਂ ਬਾਅਦ ਨੌਜਵਾਨਾਂ ਨੂੰ ਬਣਦਾ ਮਾਣ ਸਤਿਕਾਰ ਦੇਵਾਂਗੇ। ਉਸ ਸਮੇਂ ਪੰਜਾਬ ਦੇ ਨੌਜਵਾਨਾਂ ਨੇ ਆਪਣੇ ਬਜ਼ੁਰਗਾਂ ਤੋਂ ਸੀਨੀਅਰ ਲੀਡਰਸ਼ਿਪ ਤੋਂ ਅਸ਼ੀਰਵਾਦ ਲੈ ਕੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ 'ਚ ਬਹੁਤ ਵੱਡਾ ਯੋਗਦਾਨ ਅਦਾ ਕੀਤਾ। ਤੁਸੀਂ ਦੇਖੋ ਜਦੋਂ ਮਜੀਠੀਆ ਸਾਹਿਬ ਨੇ ਕਿਹਾ ਸੀ ਕਿ ਅਸੀਂ ਨੌਜਵਾਨਾਂ ਨੂੰ ਬਣਦਾ ਮਾਣ ਸਤਿਕਾਰ ਦੇਵਾਂਗੇ ਤਾਂ ਸਰਕਾਰ ਬਣੀ, ਬੜੀ ਗੱਜ ਵੱਜ ਕੇ ਸਰਕਾਰ ਬਣੀ। ਸਰਕਾਰ ਦੇ ਵਿੱਚ ਤੁਸੀਂ ਨਿਗਾਹ ਮਾਰ ਕੇ ਦੇਖੋ ਆਪਣੇ ਹਲਕਿਆਂ ਦੇ ਵਿੱਚ, ਆਪਣੇ ਸ਼ਹਿਰਾਂ ਜ਼ਿਲ੍ਹਿਆਂ ਦੇ ਵਿੱਚ ਪੰਜਾਬ 'ਚ ਕਿ ਨਗਰ ਕੌਂਸਲ ਦੇ ਪ੍ਰਧਾਨ ਬਣੇ ਤਾਂ ਮੈਂ ਸਮਝਦਾ ਕਿ ਨੌਜਵਾਨ ਬਣਿਆ। ਆ ਮੈਂ ਇਹਦੀ ਜਿਉਂਦੀ ਜਾਗਦੀ ਮਿਸਾਲ ਦਿੰਦਾ, ਸਾਡੇ ਸ਼ਹਿਰੀ ਪ੍ਰਧਾਨ ਵਿੱਕੀ ਮਿੱਤਲ ਜੀ ਖੜੇ ਨੇ। ਇਹ ਜਦੋਂ ਇਹ ਬਹੁਤ ਛੋਟੀ ਉਮਰ ਦੇ ਸੀ, ਇਹਨਾਂ ਨੂੰ ਨਗਰ ਕੌਂਸਲ ਦਾ ਪ੍ਰਧਾਨ ਬਣਾਇਆ ਯੂਥ ਅਕਾਲੀ ਦਲ ਦੇ ਕੋਟੇ 'ਚੋਂ। ਚਾਹੇ ਕੋਈ ਬਲਾਕ ਸੰਮਤੀ ਚੇਅਰਮੈਨ ਬਣਿਆ, ਕੋਈ ਮਾਰਕੀਟ ਕਮੇਟੀ ਚੇਅਰਮੈਨ ਬਣਿਆ, ਕੋਈ ਨਗਰ ਕੌਂਸਲ ਦਾ ਪ੍ਰਧਾਨ ਬਣਿਆ, ਕੋਈ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਣਿਆ, ਕੋਈ ਬਲਾਕ ਸੰਮਤੀ ਮੈਂਬਰ ਬਣਿਆ, ਚਾਹੇ ਯੂਥ ਡਿਵੈਲਪਮੈਂਟ ਬੋਰਡ ਦਾ ਪ੍ਰਧਾਨ ਚੇਅਰਮੈਨ ਮੰਨੂ ਦੀ ਸੇਵਾ ਮਿਲੀ, ਬੰਟੀ ਰਮਾਣਾ ਜੀ ਨੇ ਸੇਵਾ ਕੀਤੀ। ਕਹਿਣ ਤੋਂ ਮਤਲਬ ਨੌਜਵਾਨਾਂ ਨੂੰ ਬਣਦਾ ਮਾਣ ਸਤਿਕਾਰ ਮਿਲਿਆ। ਹਿੰਦੁਸਤਾਨ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਵਿੱਚ ਯੂਥ ਡਿਵੈਲਪਮੈਂਟ ਬੋਰਡ ਬਣਿਆ। ਉਹ ਬੋਰਡ ਦਾ ਕੰਮ ਕੀ ਸੀਗਾ? ਉਹ ਬੋਰਡ ਦਾ ਕੰਮ ਨੌਜਵਾਨਾਂ ਦਾ ਤੇ ਸਰਕਾਰ ਦੇ ਵਿੱਚ ਬੋਰਡ ਦਾ ਕੰਮ ਕਰ ਰਿਹਾ ਸੀ। ਉਹ ਯੂਥ ਡਿਵੈਲਪਮੈਂਟ ਬੋਰਡ, ਉਹਦੇ ਮੈਂਬਰ ਵੀ ਕੋਈ ਐਸਓਈ ਦੇ ਪ੍ਰਧਾਨ ਲਾਏ, ਐਸਓਈ ਦੇ ਜ਼ਿਲ੍ਹਾ ਪ੍ਰਧਾਨ ਲਾਏ, ਰਾਠੀ ਜੀ ਬੈਠੇ ਨੇ, ਝਿੰਦਰ ਜੀ ਬੈਠੇ ਨੇ, ਇਹ ਵੀ ਉਸ ਦੇ ਬੋਰਡ ਦੇ ਮੈਂਬਰ ਸੀ, ਬਾਅਦ 'ਚ ਵੀ ਮੈਂਬਰ ਰਹੇ ਨੇ ਜਦੋਂ ਰਵਾਣਾ ਸਾਹਿਬ ਚੇਅਰਮੈਨ ਸੀਗੇ। ਸੋ ਕਹਿਣ ਤੋਂ ਮਤਲਬ ਚਾਹੇ ਨੌਜਵਾਨਾਂ ਦੀ ਸਮੱਸਿਆਵਾਂ ਸੀਗੀਆਂ ਤਾਂ ਉਹ ਵੱਧ ਚੜ ਕੇ ਉਸ ਬੋਰਡ ਨੇ ਹੱਲ ਕਰਾਈਆਂ। ਸਰਕਾਰ ਦੇ ਵਿੱਚ ਮਾਣ ਸਤਿਕਾਰ ਮਿਲਿਆ ਤੇ ਪੰਜਾਬ ਦਾ ਨੌਜਵਾਨ 10 ਸਾਲੇ ਸਮਝਦਾ ਸੀਗਾ ਤੇ ਇਸ ਹੱਕ ਨਾਲ ਗੱਲ ਕਰਦਾ ਸੀਗਾ ਕਿ ਅਸੀਂ ਸਰਕਾਰ ਦਾ ਹਿੱਸਾ। ਸੋ ਇਸ ਕਰਕੇ ਭਰਾਵੋ ਦੂਜੇ ਪਾਸੇ ਆ ਕੈਪਟਨ ਤੋਂ ਜੋ ਹਿਸਾਬ ਮੰਗ ਰਿਹਾ, ਪਿੰਡ ਪਿੰਡ ਜਾ ਕੇ, ਆਪਾਂ ਸ਼ਹਿਰਾਂ 'ਚ ਜਾ ਕੇ ਰੈਲੀਆਂ ਰਾਹੀਂ, ਮੀਟਿੰਗਾਂ ਰਾਹੀਂ ਕਰ ਰਹੇ ਹਾਂ। ਅੱਜ ਬਾਅਦ ਉਹ ਭੱਜੀ ਪਾਰਟੀ ਆ ਇਹ। ਜਿਹੜਾ ਬੰਦਾ ਗੁਰੂ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਝੂਠ ਬੋਲ ਸਕਦਾ, ਉਹ ਤੇ ਬੰਦਾ ਕੌਣ ਇਤਬਾਰ ਕਰੂਗਾ? ਸੋ ਇਸ ਕਰਕੇ ਨੌਜਵਾਨਾਂ ਨੂੰ ਬੇਨਤੀ ਆ ਕਿ ਆਪਾਂ ਇਕੱਲੇ ਇਕੱਲੇ ਪਿੰਡ ਪਿੰਡ ਜਾ ਕੇ, ਵਾਰਡ ਜਾ ਕੇ ਮੀਟਿੰਗਾਂ ਕਰੀਏ। ਦੇਖੋ ਅਹੁਦੇ ਲੈਣੇ ਬੜੇ ਸੌਖੇ ਨੇ ਪਰ ਉਹਦੇ ਨਿਭਣਾ, ਉਹਦੇ ਕੰਮ ਕਰਨਾ ਬਹੁਤ ਔਖਾ। ਤੇ ਮੈਂ ਨੌਜਵਾਨਾਂ ਨੂੰ ਗੱਲ ਕਹਿਣਾ ਹੁਣ ਆਈ ਵਾਰ ਕਿ ਮੈਂ ਤਾਂ ਦਰੀਆਂ ਵਿਛਾ ਕੇ, ਕੰਧਾਂ ਤੇ ਪੋਸਟਰ ਲਾ ਕੇ, ਫਲੈਕਸਾਂ ਲਾ ਕੇ ਇੱਥੇ ਤੱਕ ਤੁਹਾਡੀ ਸੇਵਾ ਕਰਨ ਦਾ ਮੌਕਾ ਮਿਲਿਆ। ਜੇ ਮੈਂ ਦਰੀਆਂ ਨਾ ਵਿਛਾਉਂਦਾ, ਜੇ ਮੈਂ ਪੋਸਟਰ ਨਾ ਲਾਉਂਦਾ, ਹੋ ਸਕਦਾ ਮੈਂ ਇਸ ਸਟੇਜ ਦੇ ਵਿੱਚ ਖੜ ਕੇ ਤੁਹਾਡੇ ਵਿੱਚ ਬੋਲਣ ਜੋਗਾ ਨਾ ਹੁੰਦਾ। ਇਹ ਉਸੇ ਮਿਹਨਤ ਦੀ ਗੱਲ ਆ। ਮਿਹਨਤ ਕਰਨੀ ਚਾਹੀਦੀ ਹੈ ਜ਼ਿੰਦਗੀ 'ਚ। ਜਿਹੜਾ ਬੰਦਾ ਮਿਹਨਤ ਕਰਦਾ ਇਹ ਮਹਿਸੂਸ ਨਾ ਕਰੇ ਵੀ ਮੈਂ ਪ੍ਰਧਾਨ ਨਹੀਂ ਬਣਿਆ ਜਾਂ ਮੈਨੂੰ ਮੌਕਾ ਨਹੀਂ ਮਿਲਿਆ। ਕੰਮ ਕਰਨ ਵਾਲਾ ਬੰਦਾ ਜ਼ਿੰਦਗੀ ਕਦੇ ਪਿੱਛੇ ਨਹੀਂ ਰਹਿ ਸਕਦਾ। ਸੋ ਇਸ ਕਰਕੇ ਚਾਹੇ ਤੁਸੀਂ ਸਰਕਲ ਦੇ ਪ੍ਰਧਾਨ ਹੋ, ਚਾਹੇ ਜ਼ਿਲ੍ਹਾ ਪ੍ਰਧਾਨ ਹੋ, ਚਾਹੇ ਤੁਸੀਂ ਕੌਮੀ ਜਨਰਲ ਸੈਕਟਰੀ ਹੋ, ਤਾਂ ਮੈਂ ਸਮਝਦਾ ਤੁਹਾਨੂੰ ਆਪਣਾ ਸਭ ਤੋਂ ਪਹਿਲਾਂ ਪਿੰਡ ਤਗੜਾ ਕਰਨਾ ਚਾਹੀਦਾ, ਪਿੰਡ ਤੋਂ ਬਾਅਦ ਆਪਣਾ ਵਾਰਡ ਤਗੜਾ ਕਰਨਾ ਚਾਹੀਦਾ, ਵਾਰਡ ਤੋਂ ਬਾਅਦ ਹਲਕਾ ਤਗੜਾ ਕਰਨਾ ਚਾਹੀਦਾ। ਜਿਹੜਾ ਵੀ ਉਮੀਦਵਾਰ, ਜਿਹੜਾ ਵੀ ਸੇਵਾਦਾਰ ਸ਼੍ਰੋਮਣੀ ਅਕਾਲੀ ਦਲ ਦਾ ਤੁਹਾਡੇ ਹਲਕੇ 'ਚ ਕਿਤੇ ਕੰਮ ਕਰਦਾ ਹੋਵੇ, ਉਹਦੇ ਹੱਥ ਮਜ਼ਬੂਤ ਕਰਨੇ ਚਾਹੀਦੇ ਨੇ। ਜੇ ਤੁਹਾਡੇ ਹਲਕੇ 'ਚੋਂ ਐਮਐਲਏ ਬਣ ਕੇ ਜਾਣਗੇ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦਾ ਮੁੱਖ ਮੰਤਰੀ ਬਣਨਾ। ਭਰਾਵੋ 10 ਸਾਲ ਤੁਹਾਡੀ ਸਰਕਾਰ ਰਹੀ, 10 ਸਾਲ ਸਰਕਾਰ ਤੁਹਾਡੀ ਆਪਣੀ ਸਰਕਾਰ ਸੀ। ਹਰ ਇੱਕ ਨੌਜਵਾਨ ਜਦ ਜੀ ਕਰਦਾ ਸੀਗਾ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਮਿਲਦਾ ਸੀ, ਜਦ ਜੀ ਕਰਦਾ ਸੀ ਤਾਂ ਬਿਕਰਮ ਸਿੰਘ ਮਜੀਠੀਆ ਜੀ ਨੂੰ ਮਿਲਦਾ ਸੀ, ਰਮਾਣਾ ਸਾਹਿਬ ਨੂੰ ਮਿਲਦਾ ਸੀ, ਆਪਣੇ ਆਗੂਆਂ ਨੂੰ ਮਿਲਦਾ ਸੀ। ਤੇ ਅੱਜ ਦੇ ਸਮੇਂ ਦੇ ਵਿੱਚ ਨਾ ਕੋਈ ਮੰਤਰੀ, ਨਾ ਕੋਈ ਐਮਐਲਏ, ਕਿਹੜਾ ਸੀਐਮ ਨੂੰ ਮਿਲ ਸਕਦਾ? ਸੋ ਤੁਹਾਡੀ ਆਪਣੀ ਸਰਕਾਰ ਆ। ਤਗੜੇ ਹੋ ਕੇ 6 ਮਹੀਨੇ ਰਹਿ ਗਏ, ਆਪਾਂ ਆਪਣੇ ਆਪਣੇ ਪਿੰਡ ਪਿੰਡ ਜਾ ਕੇ ਕੰਮ ਕਰੀਏ। ਤਗੜੇ ਹੋ ਕੇ ਆਪਣੇ ਉਮੀਦਵਾਰਾਂ ਨੂੰ, ਆਪਣੇ ਸੇਵਾਦਾਰਾਂ ਨੂੰ ਤਗੜਾ ਕਰੀਏ। ਦਲ ਨੂੰ ਪਿੰਡ ਪਿੰਡ ਲਾਮਬੰਦ ਕਰੀਏ। ਸਮੁੱਚਾ ਨੌਜਵਾਨ ਵਰਗ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਹੇਠਾਂ ਇਕੱਠਾ ਕਰੀਏ ਤੇ ਜੋ ਸੁਪਨਾ ਸਾਡਾ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਕਿ 2022 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਬਣ। ਜੇ ਆਪਾਂ ਚਾਹੁੰਦੇ ਹਾਂ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਬਣ, ਗੱਜ ਵੱਜ ਕੇ ਦਾਰਿਆ ਜਵਾਬ ਦਿਓ, ਬੋਲੇ ਸੋ ਨਿਹਾਲ। ਸੋ ਇਸ ਕਰਕੇ ਮੈਂ ਮੇਰੇ ਪਰਮ ਮਿੱਤਰ, ਮੇਰੇ ਭਰਾ ਪਰਮਬੰਸ ਸਿੰਘ ਜੀ ਰਮਾਣਾ ਸਾਹਿਬ ਦਾ ਇੱਥੇ ਪਹੁੰਚ ਤੇ ਜੀ ਆਇਆਂ ਆਖਦਾ, ਧੰਨਵਾਦ ਕਰਦਾ। ਪੱਟੀ ਸਾਹਿਬ ਨੂੰ ਵਧਾਈ ਦਿੰਦਾ ਕਿ ਤੁਹਾਡੀ ਅਗਵਾਈ ਦੇ ਵਿੱਚ, ਝਿੰਦਰ ਸਾਹਿਬ ਦੀ ਅਗਵਾਈ ਦੇ ਵਿੱਚ, ਸ਼ਰਨ ਚਨਾਥਲ ਸਾਹਿਬ ਦੇ, ਹੋਰ ਸਾਡੇ ਸਾਰਿਆਂ ਦੀ ਅਗਵਾਈ ਦੇ ਵਿੱਚ, ਪੱਟੀ ਸਾਹਿਬ ਦੀ ਸਰਪ੍ਰਸਤੀ ਹੇਠਾਂ ਗੁਰਵਿੰਦਰ ਭੱਟੀ ਜੀ ਬੈਠੇ ਨੇ, ਸਾਰੇ ਸਾਡੇ ਹਲਕੇ ਦੇ ਪ੍ਰਧਾਨ ਵਿੱਕੀ ਚਹਿਲ ਜੀ ਬੈਠੇ ਨੇ। ਤਾਂ ਮੈਂ ਸਮਝਦਾ ਕਿ ਸਭ ਨੂੰ ਵਧਾਈ ਆ। ਤੁਸੀਂ ਤਗੜੇ ਹੋ ਕੇ
ਅੱਜ ਦਾ ਸਮਾਗਮ ਕਾਮਯਾਬ ਕੀਤਾ। ਸੋ ਕੱਲ੍ਹ ਨੂੰ ਧਰਨੇ ਵੀ ਨੇ ਤੇ ਮੈਂ ਬੇਨਤੀ ਕਰੂੰਗਾ ਕਿ ਯੂਥ ਨੂੰ ਕੋਈ ਰੈਲੀ ਹੋਵੇ, ਕੋਈ ਧਰਨੇ, ਕੋਈ ਮੁਜ਼ਾਹਰੇ ਹੋਣ, ਗੱਜ ਵੱਜ ਕੇ ਉੱਪਰ ਮੂਹਰੇ ਆਉਣਾ ਚਾਹੀਦਾ। ਸੋ ਤੁਹਾਡੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ, ਪ੍ਰੈਸ ਵਾਲਿਆਂ ਦਾ ਧੰਨਵਾਦ, ਮੇਰੇ ਸਾਡੇ ਬਾਹਰੋਂ ਆਏ ਸਾਰੇ ਮਹਿਮਾਨ ਵੀਰਾਂ ਦਾ, ਜੋ ਯੂਥ ਅਕਾਲੀ ਦਲ ਦੀ ਗਿੱਲ ਸਾਹਿਬ ਬੈਠੇ ਨੇ, ਸਾਰੀ ਸੀਨੀਅਰ ਲੀਡਰਸ਼ਿਪ ਬੈਠੀ ਆ, ਉਹਨਾਂ ਸਭ ਦਾ ਨੂੰ ਜੀ ਆਇਆਂ ਆਖਦਾ ਹੋਇਆ ਆਈ ਸੰਗਤ ਦਾ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਦਾਰ ਗੁਰਪ੍ਰੀਤ ਸਿੰਘ ਜੀ ਰਾਜੂ ਖੰਨਾ ਜੀ ਦਾ। ਸੋ ਹੁਣ ਮੈਂ ਧੰਨਵਾਦ ਕਰਦਾ ਸਰਦਾਰ ਜਸ਼ਨਦੀਪ ਸਿੰਘ ਜੀ ਪੱਟੀ ਜੀ, ਜੋ ਕਿ ਹਮੇਸ਼ਾ ਹੀ ਯੂਥ ਦੇ ਨਾਲ ਖੜਦੇ ਆ ਰਹੇ ਨੇ। ਸੋ ਇਕਬਾਲ ਸਿੰਘ ਜੀ ਰਾਏ ਸਾਹਿਬ, ਗੁਰਸ਼ਰਨ ਸਿੰਘ ਜੀ ਬਾਜਵਾ ਸਾਹਿਬ, ਢਿੱਲੋਂ ਸਾਹਿਬ, ਤਾਰੀ ਜੀ, ਸੋਮਲ ਜੀ, ਪਗੜਾਣਾ ਸਾਹਿਬ, ਗੁਰੀ ਜੀ ਤੇ ਹੋਰ ਵੀ ਜਿੰਨੇ ਸਾਡੇ ਭਾਰਦਵਾਜ ਸਾਹਿਬ ਜੀ, ਦਿਲਪ੍ਰੀਤ ਭੱਟੀ ਜੀ ਤੇ ਹੋਰ ਵੀ ਜਿੰਨੇ ਯੂਥ ਦੇ ਸਾਡੇ ਇੱਥੇ, ਰਵੀਪਾਲ ਸਿੰਘ ਜੀ, ਹੋਰ ਵੀ ਸਾਡੇ ਸਤਿਕਾਰਯੋਗ ਬਹੁਤ ਵੀਰ ਨੇ ਜਿਨ੍ਹਾਂ ਦਾ ਨਾਂ ਕੋਈ ਰਹਿ ਗਿਆ ਹੋਣਾ। ਸੋ ਹੁਣ ਮੈਂ ਬੇਨਤੀ ਕਰਦਾ ਕਿ ਜਿਨ੍ਹਾਂ ਦੀ ਰਹਿਨੁਮਾਈ ਹੇਠ ਇਹ ਰੈਲੀ ਅੱਜ ਹੋ ਰਹੀ ਹੈ, ਇਸ ਹਲਕੇ ਦੀ ਆਨ ਬਾਨ ਸ਼ਾਨ, ਜਿਹੜੇ ਕਿ ਹਰ ਇੱਕ ਦੁੱਖ ਸੁੱਖ ਦੇ ਵਿੱਚ ਸਾਡੇ ਨਾਲ ਖੜਦੇ ਨੇ, ਸਰਦਾਰ ਦੀਦਾਰ ਸਿੰਘ ਜੀ ਭੱਟੀ ਸਾਹਿਬ। ਸੋ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਆਈਆਂ ਹੋਈਆਂ ਸੰਗਤਾਂ ਦਾ ਦੇ ਨਾਲ ਆਪਣੇ ਜਿਹੜੇ ਵਿਚਾਰ ਰੱਖਣ। ਸਰਦਾਰ ਦੀਦਾਰ ਸਿੰਘ ਜੀ ਭੱਟੀ ਸਾਹਿਬ, ਸੋ ਮੈਂ ਇੱਕ ਨਾਰਾ ਲਾ ਕੇ ਇਹਨਾਂ ਦਾ ਜਿਹੜਾ ਆਪਾਂ ਸਵਾਗਤ ਕਰਨਾ, ਜ਼ੋਰਦਾਰ ਨਾਰਾ ਲਾਓ, ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ, ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ। ਸਰਦਾਰ ਦੀਦਾਰ ਸਿੰਘ ਜੀ ਭੱਟੀ ਸਾਹਿਬ। ਸਰਦਾਰ ਦੀਦਾਰ ਸਿੰਘ ਪੱਟੀ ਜਿੰਦਾਬਾਦ, ਸਰਦਾਰ ਦੀਦਾਰ ਸਿੰਘ ਪੱਟੀ ਜਿੰਦਾਬਾਦ। ਅੱਜ ਦੇ ਇਸ ਮਹਾਨ ਵੀਰ ਬੜਾ ਪਿੱਛੇ ਆ ਜਾਓ ਸਾਰੇ। ਤੇ ਇੰਪੋਰਟੈਂਟ ਸਮਾਗਮ ਦੀ ਕੱਟ ਹੋਰ ਪ੍ਰਧਾਨਗੀ ਕਰ ਰਹੇ ਬਹੁਤ ਹੀ ਸਤਿਕਾਰਯੋਗ ਯੂਥ ਆਗੂ ਸਰਦਾਰ ਪਰਮਬੰਸ ਸਿੰਘ ਜੀ ਰਮਾਣਾ ਸਾਹਿਬ, ਬਾਈ ਨੂੰ ਪਿੱਛੇ ਕਰੀ ਮਾੜਾ ਯਾਰ, ਔਰ ਬਾਈ ਮਾੜਾ ਪਿੱਛੇ, ਸਤਿਕਾਰਯੋਗ ਸਰਦਾਰ ਗੁਰਪ੍ਰੀਤ ਸਿੰਘ ਜੀ ਖੰਨਾ ਸਾਹਿਬ, ਸਤਿਕਾਰਯੋਗ ਸਰਦਾਰ ਸਰਬਜੀਤ ਸਿੰਘ ਜੀ ਝਿੰਜਰ ਸਾਹਿਬ, ਸ਼ਰਨਜੀਤ ਜੀ ਰਾਠੀ ਜੀ, ਸਾਜੈਬ ਸਿੰਘ ਜੀ ਫਾਲੀ ਸਾਹਿਬ, ਸਾਜੈਬ ਸਿੰਘ ਜੀ ਪ੍ਰਧਾਨ ਸਾਹਿਬ ਸ਼ਹਿਰੀ, ਰਵਿੰਦਰ ਦਿਓਲ ਜੀ, ਸਾ ਗੁਰਵਿੰਦਰ ਸਿੰਘ ਭੱਟੀ, ਜਸ਼ਨ ਜੀ, ਰਮਾਣਾ ਸਾਹਿਬ ਦੇ ਨਾਲ ਆਈ ਹੋਈ ਬਹੁਤ ਹੀ ਸਤਿਕਾਰਤ ਟੀਮ, ਆਗੂ ਸਾਹਿਬਾਨ ਔਰ ਸਟੇਜ ਤੇ ਵਿਰਾਜਮਾਨ ਸਤਿਕਾਰਤ ਸ਼ਖਸੀਅਤਾਂ, ਔਰ ਇਸ ਹਲਕੇ ਤੋਂ ਔਰ ਜਿਹੜੇ ਸਾਡੇ ਸਾਥੀ ਸਿੰਘਾਂ ਦੇ ਮਿੱਤਰ, ਸਾਡੇ ਵਰਕਰ, ਸਾਡੇ ਆਗੂ, ਸਾਡੇ ਯੂਥ ਆਗੂ, ਸਾਰੇ ਵਿੰਗਾਂ ਦੇ ਪ੍ਰਧਾਨ ਸਾਹਿਬਾਨ, ਯੂਥ ਆਗੂ ਸਾਹਿਬਾਨ, ਸਿਮਰਜੀਤ ਸਿੰਘ ਜੀ ਟਵਾਣਾ ਸਾਹਿਬ ਔਰ ਸੱਜਣ ਭਾਰਦਵਾਜ ਜੀ, ਮਨਦੀਪ ਸਿੰਘ ਪੋਲਾ ਜੀ, ਗੁਰੀ ਜੀ, ਸਮੁੱਚੇ ਮੇਰੇ ਸਾਹਮਣੇ ਬੜੇ ਸਤਿਕਾਰ ਸ਼ਖਸੀਅਤਾਂ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦੋ ਬੇਨਤੀਆਂ ਕਰਨੀਆਂ। ਪਹਿਲੀ ਗੱਲ ਤਾਂ ਇਹ ਆ, ਜੋ ਆਪਣਾ ਰਿਸ਼ਤਾ ਹੈ ਉਹ ਕਿਤੇ ਕਿਸੇ ਦਾ ਹੈ ਨਹੀਂਗਾ। ਉਹ ਜਿਹੜੀ ਇਹ ਰੁੱਤ ਹੁੰਦੀ ਆ ਨਾ ਜਵਾਨੀ ਦੀ, ਸਰਦਾਰ ਭਗਤ ਸਿੰਘ ਦੇ ਵੀ ਇਹੀ ਦਿਨ ਸੀਗੇ, ਜਿਹੜਾ ਫੌਜ 'ਚ ਭਰਤੀ ਹੁੰਦਾ ਉਹਦੇ ਤੇ ਵੀ ਇਹੀ ਦਿਨ ਹੁੰਦੇ ਨੇ, ਜਿਹੜਾ IAS IPS ਬਣ ਜਾਂਦਾ ਉਹਦੇ ਤੇ ਵੀ ਇਹੀ ਹੁੰਦੇ ਨੇ, ਜਿਹੜਾ ਦੇਸ਼ ਕੌਮ ਦੀ ਸੇਵਾ ਕਰਨ ਜਾਂਦਾ ਉਹਦੇ ਤੇ ਵੀ ਹੁੰਦੇ ਨੇ। ਮਹਾਰਾਜਾ ਰਣਜੀਤ ਸਿੰਘ ਤੇ ਵੀ ਇਹੀ ਦਿਨ ਸੀਗੇ। ਉਹ ਵੱਡੇ ਵੱਡੇ ਜਿਨ੍ਹਾਂ ਨੇ ਦੁਨੀਆ ਦੇ ਤਖਤੇ ਪਲਟੇ, ਇਸੇ ਰੁੱਤ 'ਚ ਪਲਟੇ। ਉਹ ਉਦੋਂ ਗਾਂਹ ਜਾ ਕੇ ਤਾਂ ਬਿਰਲਾ ਹੀ ਕੋਈ ਨੇਤਰਦਾ ਹੈ। ਸੋ ਮੇਰੀ ਬੇਨਤੀ ਆ ਕਿ ਤੁਸੀਂ ਸਾਰੇ ਯੂਥ ਆਗੂ ਹੋ, ਕੈਪਟਨ ਅਮਰਿੰਦਰ ਸਿੰਘ ਦਾ ਰਾਜ ਪਲਟਾ ਕਰਨਾ ਆਪਾਂ ਨੇ, ਲੋਕਾਂ ਨੂੰ ਇਨਸਾਫ ਲੈ ਕੇ ਦੇਣਾ। ਜਿਸ ਮਨੋਰਥ ਨੂੰ ਲੈ ਕੇ ਅੱਜ ਦੀ ਰੈਲੀ ਰੱਖੀ ਗਈ ਆ, ਯੂਥ ਮੰਗਦਾ ਜਵਾਬ। ਜਿਹੜਾ ਜਵਾਬ ਮੰਗਣਾ ਹੁੰਦਾ ਨਾ, ਉਹਦਾ ਜਿਹੜੀ ਬਾਡੀ ਲੈਂਗੁਏਜ ਹੁੰਦੀ ਆ ਜਵਾਬ ਮੰਗਣ ਵਾਲੇ ਦੀ, ਉਹ ਤਿਆਰ ਹੁੰਦਾ। ਉਹ ਆਪਣੀ ਕੁਰਸੀ ਤੇ ਖੜਾ ਹੋਵੇ ਜਾਂ ਬੈਠਾ ਹੋਵੇ ਜਾਂ ਖੜਾ ਹੋਵੇ, ਉਹਨੇ ਮੂਹਰੇ ਤੋਂ ਜਵਾਬ ਲੈਣਾ ਹੁੰਦੀ ਵੀ ਇਹਨਾਂ ਗੱਲਾਂ ਦਾ ਜਵਾਬ ਦੇ ਮੈਨੂੰ। ਤੇ ਜਵਾਬ ਲੈਣ ਵਾਲੇ ਦੇ ਵਿੱਚ ਸ਼ਕਤੀ ਹੋਣੀ ਚਾਹੀਦੀ ਆ। ਪ੍ਰਧਾਨ ਸਾਹਿਬ ਨੇ ਬੜੀ ਸੋਚ ਸਮਝ ਕੇ
ਰਮਾਣਾ ਸਾਹਿਬ ਦੀ ਜ਼ਿੰਮੇਵਾਰੀ ਲਾਈ ਆ ਕਿ ਯੂਥ ਜਵਾਬ ਲੈ ਸਕਦਾ, ਕਿਉਂਕਿ ਯੂਥ ਦੇ ਵਿੱਚ ਸ਼ਕਤੀ ਆ, ਅਥਾਹ ਸ਼ਕਤੀਆਂ ਸਤਿਗੁਰਾਂ ਨੇ ਇਨਸਾਨ 'ਚ ਦੇ ਕੇ ਭੇਜਿਆ, ਤੇ ਯੂਥ ਸਭ ਤੋਂ ਵੱਡੀ ਜਿਹੜੀ ਉਹ ਸ਼ਕਤੀ ਆ। ਇਹ ਸਮਾਂ ਹੀ ਐਸਾ ਜਿਹੜਾ ਕਿਸੇ ਤੋਂ ਹਿਸਾਬ ਮੰਗ ਸਕਦਾ। ਸੋ ਪੰਜਾਬ ਦੇ ਯੂਥ ਨੂੰ ਦੀ ਜ਼ਿੰਮੇਵਾਰੀ ਲਾਈ ਆ ਕਿ ਤੁਸੀਂ ਹਿਸਾਬ ਮੰਗਣਾ, ਤੁਸੀਂ ਹਿਸਾਬ ਮੰਗਣ ਆਏ ਹੋ। ਜਦੋਂ ਕੋਈ ਫਤਿਹ ਬੁਲਾਉਂਦਾ ਅੱਧੇ ਕੁ ਬੁਲਾਉਂਦੇ ਆ, ਜਦੋਂ ਕੋਈ ਬੋਲੇ ਸੋਨੇ ਵਾਲ ਕਹਿੰਦਾ ਅੱਧੇ ਕੁ ਲਾਉਂਦੇ ਆ। ਇਹ ਹਿਸਾਬ ਮੰਗਣ ਦਾ ਹਿਸਾਬ ਤਾਂ ਹੈ ਨਹੀਂਗਾ, ਇਹ ਤਾਂ ਹਿਸਾਬ ਮੰਗਣ ਵਾਲੀ ਗੱਲ ਹੈ ਨਹੀਂ ਬਈ। ਬਾਕੀ ਤੁਹਾਡੀ ਮਰਜ਼ੀ ਆ। ਜਿਹੜਾ ਹਿਸਾਬ ਮੰਗਣ ਵਾਲਾ ਉਹਦੇ ਤਾਂ ਡੌਲਿਆਂ ਦੇ ਵਿੱਚੋਂ ਜਿਹੜੇ ਨਾ ਫਰਕਦੇ ਆ ਡੌਲੇ, ਤੇ ਉਹਦੇ ਬੁੱਲ ਵੀ ਫਰਕਦੇ ਆ। ਜਿਹਨੂੰ ਹਿਸਾਬ ਦੇਣਾ ਹੁੰਦਾ ਨਾ ਉਹ ਡਰਦਾ ਵੀ ਕਿਤੇ ਦੂਜੇ ਪਾਸੇ ਨੂੰ ਨਾ ਚੱਲ ਪਵੇ ਇਹ, ਤਾਂ ਜਵਾਬ ਦਿੰਦਾ ਅਗਲਾ। ਇਹ ਦੁਨੀਆ ਇਹੀ ਜੀ ਆ, ਕੋਈ ਹਿਸਾਬ ਲੈ ਕੇ ਬੈਠਾ ਨਹੀਂਗਾ ਆਪਣੇ ਵਾਸਤੇ। ਹਿਸਾਬ ਤਾਂ ਲੈਣਾ ਪੈਣਾ, ਤੇ ਹਿਸਾਬ ਲੈਣਾ ਪੈਣਾ। ਤੇ ਜੇ ਹਿਸਾਬ ਲੈਣ ਦੇ ਮੂਡ 'ਚੋਂ ਤਾਂ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਵੀ ਦੋਵੇਂ ਬਾਹਾਂ ਖੜੀਆਂ ਕਰਕੇ ਮੇਰੀ ਗੱਲ ਦਾ ਜਿਹੜਾ ਖਾਲਸੇ ਦਾ ਬੋਲਾ ਉਹਦੇ ਤੇ ਦੋਵਾਂ ਬੜੀਆਂ ਬਾਹਾਂ ਖੜੀਆਂ ਕਰਕੇ ਜਵਾਬ ਦਿਓ ਵੀ ਹਿਸਾਬ ਲੈਣ ਆਏ ਆ ਕਿ ਹਿਸਾਬ ਦੇਣ ਆਏ ਆ। ਬੋਲੇ ਸੋ ਨਿਹਾਲ, ਜੋ ਬੋਲੇ ਸੋ ਨਿਹਾਲ। ਇਹ ਬਣੀਆਂ ਗੱਲ ਰਮਾਣਾ ਸਾਹਿਬ ਨੇ ਬੋਲਣਾ, ਤੁਹਾਡੀ ਡਿਊਟੀ ਲਾ ਕੇ ਜਾਣੀ ਆ ਹਿਸਾਬ ਵਾਸਤੇ। ਅੱਜੇ ਹਿਸਾਬ ਲੈਣਾ ਸ਼ਾਮ ਤੱਕ, ਆਪਾਂ ਕੋਈ ਧਾਰ ਨਹੀਂ ਰੱਖਣਾ। ਇਸ ਵਾਸਤੇ ਤਕੜੇ ਹੋ ਜਾਓ, ਕਾਇਮ ਹੋ ਜਾਓ, ਔਰ ਹਿਸਾਬ ਆਪਾਂ ਨੇ ਲੈਣਾ। ਬਹੁਤ ਵਧੀਕੀਆਂ ਕਰ ਲਿਆ ਕੈਪਟਨ ਅਮਰਿੰਦਰ ਸਿੰਘ ਨੇ, ਬਹੁਤ ਵਧੀਕੀਆਂ ਕਰ ਲਿਆ। ਉਹਦੇ ਐਡਵਾਈਜ਼ਰ ਜਿਹਾ ਰੱਖਿਆ ਇੱਕ ਮਲੰਗ, ਬਹੁਤ ਵਧੀਕੀਆਂ ਕਰ ਲਿਆ। ਉਹ ਰੱਖਿਆ ਜਿਹੜਾ ਐਡਵਾਈਜ਼ਰ ਜਿਹਾ ਨੇ ਪਹਿਲਾਂ ਝੂਠ ਬੁਲਾਇਆ, ਉਹ ਝੂਠ ਬੁਲਾਇਆ। ਕੀ ਕਹਿੰਦੇ ਜੀ ਉਹਨੂੰ? ਉਹ ਸ਼ਾਂਤ ਕਿਸ਼ੋਰ। ਉਹ ਕਹਿੰਦਾ ਵੀ ਝੂਠ ਬੋਲਦੇ ਸਰਕਾਰ ਤੇਰੀ ਬਣ ਜੂ, ਪਰ ਇਹ ਕੰਮ ਕਰਨਾ ਪਊ। ਕਹਿੰਦਾ ਕੀ ਕਰਨਾ ਪਊ? ਕਹਿੰਦਾ ਵੀ ਗੁਟਕਾ ਸਾਹਿਬ ਚੱਕ ਕੇ ਝੂਠ ਬੋਲਣਾ ਪਊ। ਉਹ ਕਹਿੰਦਾ ਗੁਟਕਾ ਦਾ ਗੁਟਕਾ ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਚੱਕ ਦਿੰਦਾ, ਮੈਨੂੰ ਵੋਟਾਂ ਬਣੀਆਂ ਚਾਹੀਦੀਆਂ ਨੇ। ਇਹੋ ਜਿਹੇ ਬੰਦੇ ਤੋਂ ਹਿਸਾਬ ਲੈਣਾ ਆਪਾਂ ਨੂੰ ਕੀ ਔਖਾ ਹੈ, ਜਿਹਦਾ ਧਰਮ ਕੋਈ ਨਹੀਂ ਹੈ। ਉਹ ਤਕੜੇ ਹੋ ਜਾਓ, ਹਿਸਾਬ ਤਾਂ ਲਿਆ ਪਿਆ। ਬਹੁਤ ਝੂਠ ਬੋਲਿਆ। ਹੁਣ ਬੱਸਾਂ ਦੇ ਕਿਰਾਏ ਕਰਦੇ, ਕਿਸੇ ਦਾ ਕੁਛ ਕਰਦਾ, ਕਿਸੇ ਦਾ ਕੁਛ ਕਰਦਾ। ਇਹਨਾਂ ਨੇ ਲੋਲੀਪੌਪ ਕਹਿੰਦੇ ਆ, ਲਾਰਾ ਲੱਪਾ ਇਹਨਾਂ ਨੇ ਬਹੁਤ ਦੇਣੇ ਆ। ਕੈੜੇ ਹੋ ਜਾਓ, ਕਿਸੇ ਦੀ ਗਲਤ ਨਹੀਂ ਆਉਣ ਦੇਣਾ, ਨਾ ਆਪਣੀ ਮਾਂ ਨੂੰ ਭੈਣ ਨੂੰ ਕਿਰਾਇਆ ਮਾਫ ਕਰਦਾ। ਅਸੀਂ ਕਿਸੇ ਦੇ ਖਰਾਤ ਵਾਸਤੇ ਨਹੀਂ ਪੰਜਾਬੀ ਬੈਠੇ, ਅਸੀਂ ਦੇਣ ਜਾਣਦੇ ਆ ਖਰਚਾ। ਅਸੀਂ ਜਿੱਥੇ ਸਾਰੇ ਟੱਬਰ ਦਾ ਖਰਚਾ ਚੱਕਦੇ ਆ, ਆਪਣੀ ਮਾਂ ਤੇ ਭੈਣ ਨੂੰ, ਆਪਣੀ ਭਰਜਾਈ ਨੂੰ ਕਿਰਾਇਆ ਵੀ ਦੇ ਕੇ ਭੇਜ ਸਕਦੇ ਆ। ਕੋਈ ਕੈਪਟਨ ਦੀਆਂ ਕਰਕੇ ਬੱਸਾਂ ਤੇ ਨਹੀਂ ਖੜੇ ਹੈਗੇ, ਬੱਸਾਂ ਲੈ ਕੇ ਦੇ ਸਕਦੇ ਆ ਅਸੀਂ। ਸੋ ਇਸ ਵਾਸਤੇ ਕੱਲੀ ਗੱਲ ਦਾ ਆਪਾਂ ਹਿਸਾਬ ਲੈਣਾ, ਤਕੜੇ ਹੋ ਕੇ ਰਮਾਣਾ ਸਾਹਿਬ ਨੇ ਬੋਲਣਾ। ਜਿਹੜੀ ਮੈਂ ਬੇਨਤੀ ਕੀਤੀ ਆ, ਖੜ ਕੇ ਪਤਾ ਲੱਗੇ ਵੀ ਫੰਕਸ਼ਨ ਤੇ ਬੰਦੇ ਆਏ ਆ ਔਰ ਮਰਨ ਤੇ ਖੜੇ ਆ। ਤੁਹਾਡਾ ਬਹੁਤ ਧੰਨਵਾਦ। ਰਮਾਣਾ ਸਾਹਿਬ ਨੂੰ ਜੀ ਆਇਆਂ ਨੂੰ ਬਹੁਤ ਧੰਨਵਾਦ, ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਔਰ ਸਾਹ ਗੁਰਪ੍ਰੀਤ ਸਿੰਘ ਜੀ ਰਾਜੂ ਜੀ ਆਏ ਆ, ਉਹਨਾਂ ਦਾ ਬਹੁਤ ਧੰਨਵਾਦ। ਸਾਹ ਗੁਰਵਿੰਦਰ ਸਿੰਘ ਪੱਟੀ, ਜਸ਼ਨ ਜੀ, ਸਰਦਾਰ ਸ਼ਰਨਜੀਤ ਸਿੰਘ ਰਜਵਾੜਾ ਸਾਹਿਬ, ਉਹ ਸਾਡੇ ਸਾਰੇ ਯੂਥ ਆਗੂ ਜਿਹੜੀ ਮੇਰੀ ਬੇਨਤੀ ਨੂੰ ਸੁਣ ਕੇ ਵੱਡੇ ਕਾਫਲੇ ਲੈ ਕੇ ਆਇਆ, ਸਭ ਦਾ ਧੰਨਵਾਦ। ਇਸੇ ਤਰ੍ਹਾਂ ਜੁੜ ਕੇ ਆਪਾਂ ਨੇ ਚੱਲਣਾ ਔਰ ਆਪਾਂ ਨੇ ਹਿਸਾਬ ਵੀ ਲੈਣਾ, ਆਪਾਂ ਇਲੈਕਸ਼ਨ ਵੀ ਜਿੱਤਣਾ ਔਰ ਪੰਜਾਬ ਦੀ ਸਰਕਾਰ ਬਣਾਉਣੀ ਆ। ਤੇ ਬਾਕੀ ਜਿਹੜੀਆਂ ਗੱਲਾਂ ਨੇ ਹਲਕੇ ਦਾ ਹਿਸਾਬ ਆ, ਉਹ ਤੁਹਾਨੂੰ ਮੈਂ ਲੈ ਕੇ ਦਊਂਗਾ, ਤੁਹਾਡਾ ਖਾਤੇ ਥੋੜੇ ਮੈਂ ਪੂਰੇ ਕਰੂੰਗਾ। ਕੱਲੇ ਨਾਲ ਜਿਹੜੀ ਵਧੀਕੀ ਹੋਈ ਆ ਨਾ, ਹੁਣ ਮੈਂ ਚੰਗਾ ਨਹੀਂ ਲੱਗਦਾ ਇੰਨੀਆਂ ਗੱਲਾਂ ਕਰਦਾ। ਸੋ ਇਸ ਵਾਸਤੇ ਤਕੜੇ ਹੋਵੋ, ਆਪਾਂ ਕੰਮ ਕਰੀਏ ਔਰ ਮੋਢੇ ਨਾਲ ਮੋਢਾ ਜੋੜ ਕੇ ਤੁਸੀਂ ਜਿਵੇਂ ਖੜਦੇ ਹੋ। ਔਰ ਮੈਂ ਤੁਹਾਡਾ ਲਫ਼ਜ਼ਾਂ ਨਾਲ ਧੰਨਵਾਦ ਨਹੀਂ ਕਰ ਸਕਦਾ, ਨਾ ਕੋਈ ਸ਼ਬਦ ਹੈ। ਤੁਹਾਡਾ ਬਹੁਤ ਧੰਨਵਾਦ। ਜਿੰਨੇ ਕਦਮ ਚੱਕੇ ਸਾਡੇ ਪਰਿਵਾਰਕ ਤੌਰ ਤੇ ਵੀ, ਮੇਰੇ ਨਿੱਜੀ ਤੌਰ ਤੇ ਸਿਰ ਮੱਥੇ ਤੁਹਾਡੀ ਸੇਵਾ 'ਚ ਹਮੇਸ਼ਾ ਹਾਜ਼ਰ ਰਹਾਂਗਾ ਆਖਿਰ ਦਮ ਤੱਕ। ਵਾਹਿਗੁਰੂ ਕਿਰਪਾ ਕਰੇ। ਤੁਹਾਡਾ ਬਹੁਤ ਧੰਨਵਾਦ ਆਗੂ ਸੱਜਣਾ ਦਾ। ਔਰ ਇਸ ਤੋਂ ਬਾਅਦ ਕੱਲ੍ਹ ਦੀ ਆਪਣੀ ਰੈਲੀ ਆ, ਵਿਸ਼ੇਸ਼ ਤੌਰ ਤੇ ਜਿਨ੍ਹਾਂ ਦੇ ਲੋੜ ਹੋਈ ਸੁਨੇਹੇ ਲੱਗ ਜਾਣਗੇ। ਸਰਦਾਰ ਬਹਾਦਰ ਸਿੰਘ ਜੀ ਬੀਬੀਪੁਰ, ਸਰਦਾਰ ਸ਼ਿੰਗਾਰ ਸਿੰਘ ਜੀ ਬਰਾੜ ਸਾਹਿਬ, ਸਰਦਾਰ ਰਾਜਵੀਰ ਸਿੰਘ ਜੀ ਗਰੇਵਾਲ ਸਾਹਿਬ, ਸਰਦਾਰ ਕਰਮਜੀਤ ਸਿੰਘ ਸਰਾਣਾ ਸਾਹਿਬ, ਸਰਦਾਰ ਤੇਜਿੰਦਰ ਸਿੰਘ ਜੀ, ਜਤਿੰਦਰ ਸਿੰਘ ਜੀ,
ਸਰਾਣਾ ਸਾਹਿਬ, ਚੜੋ ਸਾਹਿਬ, ਸੋਣੀ ਜੀ, ਮਲਕੋ ਮਾਜਰਾ, ਇਹਨਾਂ ਦੇ ਦਵਿੰਦਰ ਸਿੰਘ ਸਰਪੰਚ ਸਾਹਿਬ, ਦਵਿੰਦਰ ਸਿੰਘ ਜੀ ਬੀਬੀਪੁਰ, ਸਾਰੇ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ। ਪੁਲਚੂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਦਿਦਾਰ ਸਿੰਘ ਪੱਟੀ ਜਿੰਦਾਬਾਦ। ਸੋ ਇਹ ਜੀ ਸਰਦਾਰ ਦਿਦਾਰ ਸਿੰਘ ਜੀ ਪੱਟੀ। ਸੋ ਹੁਣ ਮੈਂ ਬੇਨਤੀ ਕਰਦਾ ਕਿ ਸਰਦਾਰ ਪਰਮਬੰਸ ਸਿੰਘ ਜੀ ਵੱਡੀ ਰਮਾਣਾ ਦਾ ਜਿਹੜਾ ਉਹ ਸਨਮਾਨ ਸਮੁੱਚੀ ਲੀਡਰਸ਼ਿਪ ਕਰ ਰਹੀ ਹੈ। ਭਾਜੀ ਇੱਧਰ ਦੇਖਿਓ, ਇਹ ਤੋਂ ਹੱਥ ਲਾ ਲੈ ਮੜਿਆ, ਇੱਧਰ ਦੇਖਿਓ ਭਾਜੀ, ਗੱਲ ਫਟਾਫਟ ਸਾਹਮਣੇ ਖੜੇ, ਸਾਹਮਣੇ ਭਾਜੀ, ਇੱਧਰ ਦੇਖਿਓ, ਇੱਧਰ ਦੇਖ ਸਾਰੇ ਵੀਰੇ ਸਾਹਮਣੇ। ਸੋ ਸਨਮਾਨ ਤੋਂ ਬਾਅਦ ਸਰਦਾਰ ਪਰਮਬੰਸ ਸਿੰਘ ਜੀ ਵੱਡੀ ਰਮਾਣਾ ਤੁਹਾਡੇ ਨਾਲ ਆਪਣੇ ਵਿਚਾਰ ਜਿਹੜੇ ਸਾਂਝੇ ਕਰਨਗੇ। ਸੋ ਇਹਨਾਂ ਦੀ ਆਮਦ ਦੇ ਆਪਾਂ ਜਿਹੜੇ ਉਹ 2 ਜੈਕਾਰੇ ਲਾਉਣੇ ਨੇ। ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ, ਯੂਥ ਅਕਾਲੀ ਦਲ, ਯੂਥ ਅਕਾਲੀ ਦਲ, ਸਰਦਾਰ ਪਰਮਬੰਸ ਸਿੰਘ ਜੀ ਵੱਡੀ ਰਮਾਣਾ, ਸਰਦਾਰ ਦਿਦਾਰ ਸਿੰਘ ਜੀ ਭੱਟੀ, ਸਰਦਾਰ ਦਿਦਾਰ ਸਿੰਘ ਜੀ ਭੱਟੀ। ਸੋ ਰਮਾਣਾ ਸਾਹਿਬ ਨੂੰ ਬੇਨਤੀ ਕਰਦੇ ਕਿ ਉਹ ਆਪਣੇ ਵਿਚਾਰ ਨੇ ਜਿਹੜੇ ਉਹ ਤੁਹਾਡੇ ਨਾਲ ਕਰਨ। ਭਾਜੀ ਮਾੜਾ ਮਾੜਾ ਪਿੱਛੇ ਹੋ ਜਾਓ, ਪਿੱਛੇ ਹੋ ਜਾਓ, ਪਿੱਛੇ ਨਾ ਉਹ ਮਾੜਾ ਕੋਲ ਮੁਰੇ ਆਣੇ, ਮਾੜਾ ਪਿੱਛੇ ਹੋ ਜਾਓ। ਹਾਂ ਰਵੀ, ਰਵੀ ਇੱਧਰ ਰੱਖ ਦਿੱਤੋ ਭਾਈ। ਬੋਲਣਾ ਮਾਈਕ ਤੇ ਇਹੋ ਕਰ ਦਿਓ ਭਾਈ। ਭਾਜੀ ਹਾਂ ਠੀਕ ਆ, ਓਕੇ ਆ, ਓਕੇ ਆ, ਓਕੇ ਆ, ਥੋੜਾ ਨਾਲ ਹੋ ਜਾ ਬਸ। ਜੱਲਾ ਸਾਹਿਬ, ਜੱਲੇ ਜੱਲਾ ਜੀ, ਖਾਣੇ ਲੋ ਭਾਜੀ, ਹੱਥ ਜੀ ਵੱਧ। ਅੱਜ ਦੀ ਇਸ ਉੱਪਰ ਚੱਕ ਕੇ ਕਰਿਓ ਕੈਮਰਾ ਭਾਜੀ। ਯੂਥ ਮੰਗਦਾ ਜਵਾਬ ਦੀ ਰੈਲੀ ਵਿੱਚ ਸਟੇਜ ਤੇ ਬਿਰਾਜਮਾਨ ਇੱਕ ਫੋਟੋ ਕਰ ਲਈ। ਫਤਿਹਗੜ੍ਹ ਸਾਹਿਬ ਹਲਕੇ ਦੇ ਮੁੱਖ ਸੇਵਾਦਾਰ ਮੇਰੇ ਬਹੁਤ ਹੀ ਸਤਿਕਾਰਯੋਗ ਸਰਦਾਰ ਦਿਦਾਰ ਸਿੰਘ ਜੀ ਭੱਟੀ ਸਾਹਿਬ, ਮੇਰੇ ਭਰਾਵਾਂ ਵਰਗੇ ਦੋਸਤ ਗੁਰਪ੍ਰੀਤ ਸਿੰਘ ਜੀ ਰਾਜੂ ਖੰਨਾ ਸਾਹਿਬ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਸਰਬਜੀਤ ਸਿੰਘ ਜੀ ਝਿੰਜਰ ਸਾਹਿਬ, ਮੇਰੇ ਛੋਟੇ ਵੀਰ ਗੁਰਵਿੰਦਰ ਸਿੰਘ ਭੱਟੀ ਸਾਹਿਬ, ਜਸ਼ਨ ਜੀ, ਚਨਾਰਥਲ ਸਾਹਿਬ, ਵਿੱਕੀ ਮਿੱਤਲ ਜੀ ਤੇ ਮੰਚ ਤੇ ਪੰਡਾਲ ਚ ਬਿਰਾਜਮਾਨ ਯੂਥ ਅਕਾਲੀ ਦਲ ਦੇ ਮੇਰੇ ਬਹਾਦਰ ਵੀਰੋ, ਗੱਜ ਵੱਜ ਕੇ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਬੋਲਦਿਆਂ ਭੱਟੀ ਸਾਹਿਬ ਨੇ ਕਈ ਗੱਲਾਂ, ਸਮਾਂ ਤਾਂ ਥੋੜਾ ਲਿੱਤਾ ਪਰ ਗੱਲਾਂ ਸਾਰੀਆਂ ਇੰਜ ਚਾ ਕੇ ਕਹਿ ਗਏ। ਮੈਂ ਵੀ ਇਹਨਾਂ ਨੂੰ ਕਹਿ ਰਿਹਾ ਸੀ, ਤਾਂ ਹੀ ਕਹਿ ਰਿਹਾ ਸੀ ਮਾਈਕ ਮੇਰਾ ਚੰਗੀ ਤਰ੍ਹਾਂ ਫਿੱਟ ਕਰ ਦਿਓ, ਜੇ ਬਾਹਾਂ ਵੇਲੀਆਂ ਨਾ ਹੋਈਆਂ ਤਾਂ ਹਿਸਾਬ ਤੇ ਜਵਾਬ ਕਿਵੇਂ ਲਵਾਂਗੇ ਇਹਨਾਂ ਤੋਂ। ਸੋ ਅੱਜ ਜਿਹੜਾ ਯੂਥ ਮੰਗਦਾ ਜਵਾਬ ਦੀਆਂ ਰੈਲੀਆਂ ਦਾ ਸਿਲਸਿਲਾ ਸ਼ੁਰੂ ਕੀਤਾ ਹੈ, ਹਰ ਵਿਧਾਨ ਸਭਾ ਹਲਕੇ 'ਚ ਜਾ ਕੇ, ਜਿਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਪੰਜਾਬ ਮੰਗਦਾ ਜਵਾਬ ਦੀਆਂ ਰੈਲੀਆਂ ਸ਼ੁਰੂ ਕੀਤੀਆਂ, ਇਸੇ ਤਰ੍ਹਾਂ ਯੂਥ ਮੰਗਦਾ ਜਵਾਬ ਰੈਲੀਆਂ ਯੂਥ ਅਕਾਲੀ ਦਲ ਕਰ ਰਿਹਾ। ਅੱਜ 4 ਸਾਲ ਤੋਂ ਉੱਪਰ ਹੋ ਗਏ ਕਾਂਗਰਸ ਪਾਰਟੀ ਦੀ ਸਰਕਾਰ ਬਣਿਆ ਤੇ ਮੈਨੂੰ ਤਕਰੀਬਨ ਹਰ ਰੈਲੀ ਤੋਂ ਬਾਅਦ ਪੱਤਰਕਾਰ ਸਭਾਨ ਜਦੋਂ ਸਵਾਲ ਪੁੱਛਦੇ ਆ, ਮੈਨੂੰ ਪੁੱਛਦੇ ਆ ਕਿ ਤੁਸੀਂ ਕਿੰਨਾ ਗੱਲਾਂ ਦਾ ਜਵਾਬ ਮੰਗਦੇ ਹੋ ਕਾਂਗਰਸ ਪਾਰਟੀ। ਅਸੀਂ ਜਵਾਬ ਮੰਗਦੇ ਹਾਂ ਕਾਂਗਰਸ ਪਾਰਟੀ ਤੋਂ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੋਂ ਪੂਰਨ ਕਰਜ਼ਾ ਮਾਫੀ ਦਾ ਜਵਾਬ ਮੰਗਦੇ ਹਾਂ। ਅਸੀਂ ਜਵਾਬ ਮੰਗਦੇ ਹਾਂ ਘਰ ਘਰ ਨੌਕਰੀ ਦੇ ਕੀਤੇ ਵਾਅਦੇ ਦਾ। ਅਸੀਂ ਜਵਾਬ ਮੰਗਦੇ ਹਾਂ 2500 ਰੁਪਇਆ ਬੇਰੋਜ਼ਗਾਰੀ ਭੱਤੇ ਦਾ। ਅਸੀਂ ਜਵਾਬ ਮੰਗਦੇ ਹਾਂ ਹਰ ਇੱਕ ਨੌਜਵਾਨ ਨੂੰ ਸਮਾਰਟਫੋਨ ਦੇਣ ਦੇ ਵਾਅਦੇ ਦਾ।
ਅਸੀਂ ਜਵਾਬ ਮੰਗਦੇ ਹਾਂ। ਜਿਹੜੇ ਸਾਡੇ ਗਰੀਬ ਭਰਾਵਾਂ ਨੂੰ, ਸਾਡੇ ਮਿੱਤਰਾਂ ਨੂੰ ਐਸਸੀ ਸਕਾਲਰਸ਼ਿਪ ਦਾ ਵਾਅਦਾ ਕੀਤਾ ਸੀ, ਉਹਦਾ ਜਵਾਬ ਮੰਗਦੇ ਹਾਂ। ਅਸੀਂ ਜਵਾਬ ਮੰਗਦੇ ਹਾਂ 5100 ਰੁਪਇਆ ਸ਼ਗਨ ਤੇ 2500 ਰੁਪਇਆ ਪੈਨਸ਼ਨ ਦਾ। ਅਸੀਂ ਜਵਾਬ ਮੰਗਦੇ ਹਾਂ ਜਿਹੜੇ ਮੈਨੀਫੈਸਟੋ ਦੇ ਵਿੱਚ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਨਾਂ ਤੇ ਜਿਹੜੀਆਂ ਨੌਜਵਾਨਾਂ ਵਾਸਤੇ ਸਕੀਮਾਂ ਪਾਈਆਂ ਗਈਆਂ, ਉਹਨਾਂ ਦਾ ਜਵਾਬ ਮੰਗਦੇ ਹਾਂ। ਅਸੀਂ ਜਵਾਬ ਮੰਗਦੇ ਹਾਂ ਜਿਹੜੇ ਗਰੀਬ ਸਾਡੇ ਭੈਣ ਭਰਾਵਾਂ ਨੂੰ ਮਕਾਨ ਪਾ ਕੇ ਦੇਣ ਦਾ ਵਾਅਦਾ ਕੀਤਾ ਗਿਆ ਸੀ, ਉਹਨਾਂ ਗੱਲਾਂ ਦਾ ਜਵਾਬ ਮੰਗਦੇ ਹਾਂ। ਵੀਰੋ, ਬੜੀ ਹੈਰਾਨੀ ਦੀ ਗੱਲ ਹੈ, ਹਿੰਦੁਸਤਾਨ ਦੇ ਇਤਿਹਾਸ 'ਚ ਸ਼ਾਇਦ ਪਹਿਲੀ ਵਾਰ ਹੋਇਆ ਹੋਵੇਗਾ ਕਿ ਕਿਸੇ ਸਿਆਸੀ ਪਾਰਟੀ ਦੇ ਆਗੂ ਨੇ ਪਵਿੱਤਰ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਕਸਮਾਂ ਖਾਧੀਆਂ ਹੋਣ। ਮੈਨੂੰ ਯਾਦ ਹੈ, ਤੁਹਾਨੂੰ ਵੀ ਜ਼ਰੂਰ ਯਾਦ ਹੋਊਗਾ, ਪਵਿੱਤਰ ਗੁਟਕਾ ਸਾਹਿਬ ਹੱਥ 'ਚ ਫੜ ਕੇ ਤਖਤ ਸ੍ਰੀ ਦਮਦਮਾ ਸਾਹਿਬ ਵੱਲ ਨੂੰ ਹੱਥ ਕਰਕੇ ਤੇ ਦਸਮ ਪਿਤਾ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਦੀ ਸਹੁੰ ਖਾਧੀ ਸੀ। ਅੱਜ ਇਸ ਪਵਿੱਤਰ ਧਰਤੀ ਤੇ ਖਲੋ ਕੇ, ਜਿਸ ਧਰਤੀ ਨੂੰ ਅਸੀਂ ਹਰ ਰੋਜ਼ ਸਜਦਾ ਕਰਦੇ ਹਾਂ, ਅੱਜ ਇਸ ਧਰਤੀ ਤੇ ਖਲੋ ਕੇ ਇਹਨਾਂ ਗੱਲਾਂ ਦਾ, ਇਹਨਾਂ ਕੀਤੇ ਹੋਏ ਵਾਅਦਿਆਂ ਦਾ, ਇਹਨਾਂ ਪਾਈਆਂ ਹੋਈਆਂ ਕਸਮਾਂ ਦਾ ਜਵਾਬ ਲੈਣ ਆਏ ਹਾਂ। ਵਾਅਦੇ ਕਰਕੇ ਸਰਕਾਰ ਬਣਾ ਲਈ ਤੇ ਫਿਰ ਤੂੰ ਕੌਣ ਤੇ ਮੈਂ ਕੌਣ? ਕਿਉਂਕਿ ਯੂਥ ਮੰਗਦਾ ਜਵਾਬ ਹੈ। ਅੱਜ ਮੈਂ ਵਿਸਤਾਰ ਨਾਲ ਕੇਵਲ ਨੌਜਵਾਨਾਂ ਦੀਆਂ ਗੱਲਾਂ ਕਰਨ ਆਇਆ, ਵਰਨਾ ਸਮਾਂ ਬੜਾ ਲੰਮਾ ਹੋ ਜਾਣਾ ਤੇ ਆਥਣ ਹੋ ਜਾਣੀ ਹੈ ਇੱਥੇ ਬੈਠੇ ਬੈਠੇ ਜੇ ਸਾਰੀਆਂ ਗੱਲਾਂ ਵਿਸਤਾਰ ਨਾਲ ਕਰਨ ਲੱਗੇ। ਵੀਰੋ, 60% ਆਬਾਦੀ ਪੰਜਾਬ ਦੀ ਨੌਜਵਾਨਾਂ ਦੀ ਹੈ ਤੇ ਜਦੋਂ ਸਰਕਾਰ ਬਣਾਉਣੀ ਸੀ, ਇਲੈਕਸ਼ਨ ਆ ਗਈ, ਜਿਵੇਂ ਭੱਟੀ ਸਾਹਿਬ ਨੇ ਜ਼ਿਕਰ ਕੀਤਾ, ਪ੍ਰਸ਼ਾਂਤ ਕਿਸ਼ੋਰ ਤੇ ਕੈਪਟਨ ਅਮਰਿੰਦਰ ਸਿੰਘ ਨੇ ਬਹਿ ਕੇ ਇਹ ਰਾਏ ਕੀਤੀ ਕਿ ਕਿੱਡਾ ਮਰਜ਼ੀ ਵੱਡਾ ਝੂਠ ਬੋਲਣਾ ਪੈ ਜੇ, ਐਤਕੀ ਸਿੰਘਾਂ ਨੂੰ ਹੱਥ ਪਾ ਲਈਏ, ਫਿਰ ਆਪੇ ਲੋਕ ਤੁਰੇ ਫਿਰਨਗੇ, ਆਪਾਂ ਕਿਸੇ ਨੂੰ ਮਿਲਣਾ ਨਹੀਂ, ਆਪਾਂ ਕਿਸੇ ਕੋਲੇ ਜਾਣਾ ਨਹੀਂ, ਆਪਾਂ ਆਪਦੇ ਮਹਿਲ ਦੇ ਬਾਹਰ ਖੋਲਣੇ ਨਹੀਂ, ਆਪੇ ਤੁਰੇ ਫਿਰਨਗੇ, 5 ਸਾਲਾਂ ਬਾਅਦ ਫਿਰ ਵੇਖ ਲਾਂਗੇ ਕੀ ਹੁੰਦਾ, ਵੱਡਾ ਕੱਪ ਸਿੱਟ ਦਿਆਂਗੇ। ਤੁਸੀਂ ਵੇਖੋ, ਇਹਨਾਂ ਨੇ ਵਾਅਦਾ ਕੀਤਾ ਕਿ ਹਰ ਘਰ ਦੇ ਵਿੱਚ ਇੱਕ ਨੌਕਰੀ ਦੇਵਾਂਗੇ, ਤੇ ਜਿੰਨਾ ਚਿਰ ਨੌਕਰੀ ਨਹੀਂ ਮਿਲਦੀ, ਹਰ ਨੌਜਵਾਨ ਨੂੰ 2500 ਰੁਪਇਆ ਮਹੀਨਾ ਸਰਕਾਰ ਬੇਰੋਜ਼ਗਾਰੀ ਭੱਤਾ ਦੇਗੀ। ਇਹ ਮੈਂ ਕੱਲੀ ਜ਼ੁਬਾਨੀ ਕਲਾਮੀ ਨਹੀਂ ਗੱਲ ਕਰਦਾ, ਤੁਹਾਨੂੰ ਯਾਦ ਹੋਣਾ ਆ ਕਾਰਡ ਭਰਾਏ ਸੀ ਕੈਪਟਨ ਅਮਰਿੰਦਰ ਸਿੰਘ ਨੇ। ਇਹ ਮੈਂ ਕਾਰਡ ਇੱਕ ਵੱਡਾ ਕਰਾ ਕੇ ਲੈ ਕੇ ਆਇਆ, ਪ੍ਰਿੰਟ ਕਢਾ ਕੇ। ਇਹ ਕੈਪਟਨ ਅਮਰਿੰਦਰ ਸਿੰਘ ਨੇ ਨੌਜਵਾਨਾਂ ਨੂੰ ਕਾਰਡ ਭਰਾਏ ਸੀ ਤੇ ਤੁਸੀਂ ਹੈਰਾਨ ਹੋਵੋਗੇ ਇਹਨਾਂ ਕਾਰਡਾਂ ਤੇ ਲਿਖਿਆ ਕੀ ਸੀ। ਐਡਾ ਵੱਡਾ ਧੋਖਾ ਆਪਦੇ ਦਸਤਖਤ ਕਰਕੇ, ਮੈਂ ਪੜ੍ਹ ਕੇ ਸੁਣਾਉਣਾ ਤੁਹਾਨੂੰ ਕੀ ਲਿਖਿਆ ਸੀ। ਇਸ ਕਾਰਡ ਦੇ ਉੱਤੇ ਲਿਖਿਆ, ਕੈਪਟਨ ਨੇ ਸਹੁੰ ਚੱਕੀ, ਹਰ ਘਰ ਇੱਕ ਨੌਕਰੀ ਪੱਕੀ, ਤੇ ਥੱਲੇ ਦਸਤਖਤ ਕਰਕੇ ਕੀ ਲਿਖ ਕੇ ਦਿੱਤਾ, ਕੈਪਟਨ ਅਮਰਿੰਦਰ ਸਿੰਘ ਦੇ ਦਸਤਖਤ ਹੈ ਇਸ ਕਾਰਡ ਤੇ। ਲਿਖਦਾ ਕੀ ਹੈ, ਆਈ ਕੈਪਟਨ ਅਮਰਿੰਦਰ ਸਿੰਘ, ਜਿਵੇਂ ਆਪਾਂ ਐਫੀਡੇਵਿਟ ਤੇ ਨਹੀਂ ਲਿਖਦੇ ਹੁੰਦੇ, ਉਹੀ ਭਾਸ਼ਾ। ਆਈ ਕੈਪਟਨ ਅਮਰਿੰਦਰ ਸਿੰਘ ਪ੍ਰੋਮਿਸ ਯੂ, ਕਿ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ, ਅਪਨ ਫਾਰਮਿੰਗ ਦ ਗਵਰਨਮੈਂਟ ਇਨ ਪੰਜਾਬ, one job per family will be provided to unemployed youth between the age of 18 and 35 years। ਕਿ ਜਦੋਂ ਮੇਰੀ ਸਰਕਾਰ ਬਣ ਗਈ, ਮੈਂ ਵਾਅਦਾ ਕਰਦਾ ਕਿ ਹਰ ਘਰ ਦੇ ਵਿੱਚ 18 ਤੋਂ 35 ਸਾਲ ਦੇ ਨੌਜਵਾਨ ਨੂੰ ਮੈਂ ਨੌਕਰੀ ਦੇਵਾਂਗਾ। Till the time such employment is provided, they will be given an unemployment allowance of 2500 rupees per month। ਜਦੋਂ ਤੱਕ ਨੌਕਰੀ ਨਹੀਂ ਮਿਲਦੀ, 2500 ਰੁਪਇਆ ਮਹੀਨਾ ਬੇਰੋਜ਼ਗਾਰੀ ਭੱਤਾ ਦੇਊਗਾ। ਤੇ ਆਹ ਦਸਤਖਤ ਕੀਤੇ ਕੈਪਟਨ ਅਮਰਿੰਦਰ ਸਿੰਘ ਨੇ। ਆਹ ਸਾਰਾ ਮੀਡੀਆ ਇੱਥੇ ਖੜਾ ਹੈ, ਆਹ ਫੋਕਸ ਕਰ ਲਓ ਜਿੱਥੇ ਮੈਂ ਉਂਗਲ ਰੱਖੀ ਹੈ। ਇਹ ਕੈਪਟਨ ਅਮਰਿੰਦਰ ਸਿੰਘ ਨੇ ਦਸਤਖਤ ਕਰਕੇ 420 ਕੀਤੀ ਹੈ ਪੰਜਾਬ ਦੇ ਨੌਜਵਾਨਾਂ। ਤੇ ਅੱਜ ਇਸ ਸਰਕਾਰ ਨੂੰ ਬਣਿਆ
50 ਮਹੀਨੇ ਹੋ ਗਏ। 2500 ਰੁਪਈਆ ਮਹੀਨੇ ਦਾ ਵਾਅਦਾ ਸੀ। ਇਹ ਨੌਜਵਾਨ ਬੜੀ ਵੱਡੀ ਗਿਣਤੀ 'ਚ ਬੈਠੇ ਆ, ਕਦੇ ਤੁਸੀਂ ਹਿਸਾਬ ਨਹੀਂ ਲਾਇਆ ਹੋਣਾ ਕਿੱਡੀ ਵੱਡੀ ਠੱਗੀ ਮਾਰੀ ਹੈ ਤੁਹਾਡੇ ਨਾਲ। 2500 ਰੁਪਈਆ ਮਹੀਨੇ ਦਾ ਵਾਅਦਾ ਕੀਤਾ ਸੀ, 50 ਮਹੀਨਿਆਂ 'ਚ ਕਿੰਨਾ ਬਣ ਗਿਆ? 50 ਨਾਲ ਗੁਣਾ ਕਰ ਲਓ, 1,25,000 ਰੁਪਈਆ ਹਰ ਨੌਜਵਾਨ ਨਾਲ ਠੱਗੀ ਅੱਜ ਤੱਕ ਮਾਰ ਚੁੱਕਿਆ ਕੈਪਟਨ ਅਮਰਿੰਦਰ ਸਿੰਘ। ਇਸ ਗੱਲ ਦਾ ਜਵਾਬ ਮੰਗਣ ਆਏ ਅੱਜ ਅਸੀਂ ਕੈਪਟਨ ਅਮਰਿੰਦਰ ਸਿੰਘ। ਹਰ ਘਰ ਦੇ ਵਿੱਚ ਇੱਕ ਨੌਕਰੀ ਦਾ ਵਾਅਦਾ ਕੀਤਾ ਸੀ। 55 ਲੱਖ ਹਾਊਸ ਹੋਲਡ ਹੈ ਪੰਜਾਬ 'ਚ, 55 ਲੱਖ 2011 ਦੀ ਮਰਦਮਸ਼ੁਮਾਰੀ ਦੇ ਮੁਤਾਬਕ। ਤੇ ਨੌਕਰੀਆਂ ਕਿੰਨੀਆਂ ਦਿੱਤੀਆਂ ਇਹਨਾਂ ਨੇ? ਇਹ ਮੁੱਦਾ ਜਦੋਂ ਵਿਧਾਨ ਸਭਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨਕਾਰਾਂ ਨੇ ਸ਼ਰਨਜੀਤ ਸਿੰਘ ਢਿੱਲੋਂ ਸਾਹਿਬ ਦੀ ਪ੍ਰਧਾਨਗੀ ਹੇਠ ਮਜੀਠੀਆ ਸਾਹਿਬ ਨੇ ਮਸਲਾ ਚੱਕਿਆ ਤੇ ਕਾਂਗਰਸ ਦੀ ਸਰਕਾਰ ਜਵਾਬ ਦਿੰਦੀ ਹੈ ਕਿ ਅਸੀਂ 4 ਸਾਲਾਂ 'ਚ 35,000 ਨੌਜਵਾਨਾਂ ਨੂੰ ਨੌਕਰੀ ਦਿੱਤੀ ਹੈ 4 ਸਾਲਾਂ 'ਚ। ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਉਦੋਂ ਪਹਿਲੇ 5 ਸਾਲਾਂ 'ਚ 2,48,000 ਨੌਜਵਾਨਾਂ ਨੂੰ ਨੌਕਰੀ ਦਿੱਤੀ ਸੀ। ਤੇ ਇਹ ਜਿਨ੍ਹਾਂ ਨੇ ਘਰ ਘਰ ਵਾਅਦਾ ਕੀਤਾ ਅੱਜ 35,000 ਤੇ ਆ ਕੇ ਖੜ ਗਏ। ਨੀਅਤ ਨਹੀਂ ਇਹਨਾਂ ਦੀ ਕੰਮ ਕਰਨ ਦੀ, ਫੋਕੇ ਵਾਅਦੇ ਕਰਕੇ ਕਸਮਾਂ ਖਾ ਕੇ ਸਰਕਾਰ ਬਣਾਉਣ ਤੱਕ ਸੀਮਤ ਸੀ। ਮੈਂ ਨੌਜਵਾਨਾਂ ਨੂੰ ਜ਼ਰੂਰ ਕਹਿਣਾ ਚਾਹੁੰਦਾ, ਤੁਸੀਂ ਭਰਾਵੋ ਜਿੰਨਾ ਚਿਰ ਹੱਕ, ਜਿਵੇਂ ਭੱਟੀ ਸਾਹਿਬ ਨੇ ਗੱਲ ਕੀਤੀ, ਕਿਸੇ ਨੇ ਜਵਾਬ ਤੇ ਹੱਕ ਦੇਣਾ ਨਹੀਂ, ਇਹ ਲੈਣਾ ਪੈਣਾ ਇਹਨਾਂ ਤੋਂ। ਸਾਡਾ ਹੱਕ ਇੱਥੇ ਰੱਖ, ਇਹ ਰਖਾਉਣਾ ਪੈਣਾ ਇੱਥੇ। कोई किसी को राज ना दे है, जो ले है निज बल से ले है। ਅੱਜ ਤੁਹਾਡੇ ਪਿੰਡਾਂ 'ਚ ਆਉਣਗੇ ਹੁਣ ਫੇਰ, ਕਿਉਂਕਿ ਵੋਟਾਂ ਦਾ ਸਮਾਂ ਨੇੜੇ ਆ ਗਿਆ, 6 ਮਹੀਨੇ ਰਹਿ ਗਏ। ਤੁਹਾਡੇ ਪਿੰਡਾਂ 'ਚ ਐਮਐਲਏ ਵੀ ਆਉਣਗੇ, ਮੰਤਰੀ ਵੀ ਆਉਣਗੇ। ਜੇ ਕਿਤੇ ਸੁੱਖ ਹੋ ਗਈ ਤਾਂ ਸ਼ਾਇਦ ਮੁੱਖ ਮੰਤਰੀ ਦੇ ਹੈਲੀਕਾਪਟਰ 'ਚੋਂ ਹੀ ਦਰਸ਼ਨ ਹੋ ਜਾਣ, ਉਹਨੇ ਤਾਂ ਆਉਣਾ ਕਾਹਦਾ। ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ, ਤੁਹਾਨੂੰ ਭਰਾਵਾਂ ਨੂੰ ਸਾਰਿਆਂ ਨੂੰ, ਵੱਡੀ ਗਿਣਤੀ 'ਚ ਮੈਨੂੰ ਬੜੀ ਖੁਸ਼ੀ ਅੱਜ ਤੁਸੀਂ ਆਏ ਹੋ। ਇਹਨਾਂ ਨੂੰ ਘੇਰ ਕੇ ਸਵਾਲ ਪੁੱਛੋ ਕਿ ਸਾਡੇ ਨਾਲ ਲਿਖਤੀ ਵਾਅਦੇ ਸੀ ਤੁਹਾਡੇ, ਇਹ ਕਾਰਡ ਨਾਲ ਫੜ ਲਿਓ ਹੱਥ 'ਚ, ਇਹਨਾਂ ਦਾ ਜਵਾਬ ਦੇ ਕੇ ਜਾਓ ਤੇ ਫੇਰ ਅਗਲੀ ਗੱਲ ਕਰਾਂਗੇ। ਪਹਿਲਾਂ ਪਿਛਲਿਆਂ ਦਾ ਹਿਸਾਬ ਪੂਰਾ ਕਰੋ। ਜਿੰਨਾ ਚਿਰ ਇਹਨਾਂ ਨੂੰ ਸਵਾਲ ਨਹੀਂ ਪੁੱਛੋਗੇ, ਇਹਨਾਂ ਨੇ ਸੋਚਣਾ ਜੋ ਮਰਜ਼ੀ ਗੱਲਾਂ ਕਰਕੇ ਗਾਂ ਅਗਲੀਆਂ ਵੋਟਾਂ ਨੂੰ ਵੀ ਲੈ ਲਾਂਗੇ ਅਸੀਂ। ਫਿਰ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵੱਡਾ ਵਾਅਦਾ ਕੀਤਾ ਕਿ 4 ਹਫ਼ਤਿਆਂ 'ਚ ਮੈਂ ਨਸ਼ਾ ਖਤਮ ਕਰ ਦੂੰਗਾ। ਮੈਂ ਕੇਵਲ ਨੌਜਵਾਨਾਂ ਦੇ ਮੁੱਦਿਆਂ ਤੇ ਅੱਜ ਗੱਲ ਕਰ ਰਿਹਾ ਤੇ ਅੱਜ 4 ਸਾਲ ਹੋ ਗਏ। ਹਾਲਾਤ ਕੀ ਹੈ? ਹਾਲਾਤ ਇਹ ਹੈ ਕਿ ਕਾਂਗਰਸ ਦੇ ਮੰਤਰੀ, ਕਾਂਗਰਸ ਦੀ ਕੈਬਨਿਟ ਦੇ ਵਿੱਚ ਬੈਠੇ ਮੰਤਰੀ ਅੱਜ ਨਸ਼ਾ ਤਸਕਰਾਂ ਦੇ ਸਰਗਣਾ ਬਣ ਕੇ ਰਹਿ ਗਏ। ਬਲਬੀਰ ਸਿੱਧੂ ਤੇ ਉਹਦੇ ਮਹਿਕਮੇ ਵਾਲਿਆਂ ਨੇ ਇਲਜ਼ਾਮ ਲਾਏ, ਉਹਦੇ ਅਫਸਰਾਂ ਨੇ ਇਲਜ਼ਾਮ ਲਾਏ, ਸਾਬਤ ਹੋਈਆਂ ਗੱਲਾਂ, ਪਰ ਕੋਈ ਕਿਸੇ ਨੇ ਉਹਦੇ ਤੋਂ ਕੁਝ ਪੜਤਾਲ ਨਹੀਂ ਕੀਤੀ। ਨਸ਼ਾ ਛਡਾਊ ਕੇਂਦਰਾਂ 'ਚ ਜਿਹੜੀ ਗੋਲੀ ਵਿਕਦੀ ਹੈ, ਹੈਲਥ ਮਿਨਿਸਟਰੀ ਥੱਲੇ ਆਉਂਦੀ ਹੈ, ਬਲਬੀਰ ਸਿੱਧੂ ਥੱਲੇ ਆਉਂਦੀ ਹੈ। ਬਿਊਪਰੋਨੋਰਫਿਨ ਨਾਂ ਦੀ ਉਹ ਟੈਬਲੇਟ ਹੈ। ਕੋਈ ਵੀਰ ਜੇ ਨਸ਼ਾ ਛੱਡਣ ਜਾਂਦਾ ਹੈ ਤਾਂ ਡਾਕਟਰ ਉਹ ਖੋਲ ਕੇ ਉਹਦੀ ਜੀਭ ਤੇ ਰੱਖ ਦਿੰਦਾ, ਹੱਥ 'ਚ ਨਹੀਂ ਫੜਾਉਂਦਾ, ਕਿਉਂਕਿ ਇੱਕ ਵੀ ਗੋਲੀ ਬਾਹਰ ਨਹੀਂ ਜਾ ਸਕਦੀ, ਉੱਥੋਂ ਅਕਾਊਂਟਡ ਫਾਰ ਹੁੰਦੀ ਹੈ। ਤੇ ਬਲਬੀਰ ਸਿੱਧੂ ਦੀ ਸਰਪ੍ਰਸਤੀ ਹੇਠ 5 ਕਰੋੜ ਗੋਲੀਆਂ ਬਿਊਪਰੋਨੋਰਫਿਨ ਦੀਆਂ। ਮੈਂ 5 ਕਰੋੜ ਕਹਿ ਰਿਹਾ, ਗਲਤ ਨਾ ਸਮਝੋ ਕਿਤੇ ਮੈਂ ਫਿਗਰ ਗਲਤ ਕਹਿ ਬੈਠਾ। 5 ਕਰੋੜ ਗੋਲੀਆਂ ਸਾਬਤ ਹੋਈਆਂ ਕਿ ਗਾਇਬ ਹੀ ਹੋ ਗਈਆਂ। 400 ਕਰੋੜ ਰੁਪਏ ਦੀ 5 ਕਰੋੜ ਟੈਬਲੇਟ ਬਣਦੀ ਆ ਉਹ, ਤੇ ਬਲਬੀਰ ਸਿੱਧੂ ਨੇ ਆਪਦੀ ਸਰਪ੍ਰਸਤੀ 'ਚ ਵਿਕਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਤੇ ਲਾਇਆ। ਇਹ ਜਿਹੜੇ 4 ਹਫ਼ਤਿਆਂ 'ਚ ਨਸ਼ਾ ਖਤਮ ਕਰਨ ਦੀ ਗੱਲ ਕਰਦੇ ਸੀ, ਤੇ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਜਦੋਂ ਕੋਈ ਪੁੱਛ ਲੈਂਦਾ ਕਹਿੰਦਾ ਮੈਂ ਤਾਂ ਖਤਮ ਕਰਨ ਦਾ ਵਾਅਦਾ ਥੋੜੀ ਕੀਤਾ ਸੀ, ਮੈਂ ਤਾਂ ਲੱਕ ਤੋੜਨ ਦਾ ਵਾਅਦਾ ਕੀਤਾ। ਇਹ ਹੁਣ ਇਹਦਾ ਕਿਹੜਾ ਥਰਮਾਮੀਟਰ ਲਾ ਕੇ ਵੇਖ ਲਈਏ ਕਿ ਲੱਕ ਟੁੱਟ ਗਿਆ ਕਿ ਨਹੀਂ ਟੁੱਟ ਗਿਆ। ਨਸ਼ੇ ਦੀ ਲੱਕ ਤੋੜਨ ਦੀ ਗੱਲ ਕਰਦਾ, ਐਵੇਂ ਗਲਤ ਨਾ ਸਮਝ ਜਿਓ ਤੁਸੀਂ। ਕੈਪਟਨ ਦੀ ਜਦੋਂ ਕੋਈ ਗੱਲ ਹੁੰਦੀ ਹੈ ਨਾ, ਸਾਰੇ ਹੱਥ ਪੈਂਦੇ ਹੋ। ਸੋ ਇਹ ਸਰਕਾਰ ਕਿੰਨੀ ਸੰਜੀਦਾ ਆਪਦੇ ਕੀਤੇ ਵਾਅਦਿਆਂ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ। ਮੈਂ ਗੱਲ ਕੀਤੀ ਸੀ ਕਿ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਂ ਲੈ ਕੇ
ਇਹਨਾਂ ਨੇ ਆਪਣੇ ਮੈਨੀਫੈਸਟੋ 'ਚ ਨੌਜਵਾਨਾਂ ਵਾਸਤੇ 3 ਸਕੀਮਾਂ ਰੱਖੀਆਂ ਸੀ। ਜਿਸ ਸ਼ਹੀਦ ਆਜ਼ਮ ਭਗਤ ਸਿੰਘ ਤੋਂ ਪ੍ਰੇਰਣਾ ਲੈ ਕੇ ਹਰ ਪੰਜਾਬੀ ਨੌਜਵਾਨ ਦੇਸ਼ ਕੌਮ ਦੀ ਸੇਵਾ ਕਰਨ ਦੀ ਗੱਲ ਕਰਦਾ ਹੈ, ਜਿਸ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਅਸੀਂ ਆਪਦਾ ਚਾਨਣ ਮਨਾਰਾ, ਆਪਦਾ ਆਈਡਲ ਸਮਝਦੇ ਹਾਂ, ਉਸ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਂ ਤੇ ਇਹਨਾਂ ਨੇ 3 ਸਕੀਮਾਂ ਰੱਖੀਆਂ ਸੀ। ਸ਼ਹੀਦ ਭਗਤ ਸਿੰਘ ਰੋਜ਼ਗਾਰ ਸਿਰਜਣ ਯੋਜਨਾ ਹੇਠ ਪਹਿਲੀ ਸਕੀਮ ਰੱਖੀ ਨੌਜਵਾਨਾਂ ਵਾਸਤੇ ਹਰਾ ਟਰੈਕਟਰ ਸਕੀਮ। ਹੁਣ ਹਰਾ ਟਰੈਕਟਰ ਸਕੀਮ ਉਹ ਕੀ ਸੀ? ਕਹਿੰਦੇ ਹਰ ਪੰਜਾਬੀ ਨੌਜਵਾਨ ਨੂੰ ਅਸੀਂ ਹਰ ਸਾਲ 25,000 ਨੌਜਵਾਨ ਨੂੰ ਇੱਕ ਟਰੈਕਟਰ ਪੰਜਾਬ ਸਰਕਾਰ ਦੇਗੀ, ਖੇਤੀ ਕਰਨ ਵਾਸਤੇ ਨਾਲ ਸੰਦ ਵੀ ਦੇਵਾਂਗੇ। ਅੱਜ 4 ਸਾਲ ਹੋ ਗਏ, 1 ਲੱਖ ਟਰੈਕਟਰ ਆਉਣਾ ਚਾਹੀਦਾ ਸੀ, ਤੇ ਜੇ ਪੰਜਾਬ 'ਚ 12,000 ਪਿੰਡ ਹੈ, ਤਕਰੀਬਨ 10 ਟਰੈਕਟਰ ਪਿੰਡ ਮਗਰ ਬਣਦੇ ਆ। ਦੱਸ ਦਿਓ ਆ ਗਏ ਤੁਹਾਡੇ, ਤੁਸੀਂ ਪਿੰਡਾਂ 'ਚੋਂ ਬੈਠੇ ਨੌਜਵਾਨ ਹੋ, ਕਿੰਨੇ ਟਰੈਕਟਰ ਤੁਹਾਡੇ ਪਿੰਡਾਂ 'ਚ ਦੇਤੇ ਕੈਪਟਨ ਅਮਰਿੰਦਰ ਸਿੰਘ ਨੇ? ਇੱਕ ਵੀ ਨਹੀਂ ਆਇਆ। ਦੂਜੀ ਸਕੀਮ ਦਿੱਤੀ ਆਪਣੀ ਗੱਡੀ ਆਪਣਾ ਰੁਜ਼ਗਾਰ। ਕਹਿੰਦਾ 1 ਲੱਖ ਗੱਡੀਆਂ ਪੜ੍ਹੇ ਲਿਖੇ ਨੌਜਵਾਨਾਂ ਨੂੰ ਦੇਵਾਂਗੇ ਤੇ ਓਲਾ ਤੇ ਊਬਰ ਨਾਲ ਟਾਈ ਅਪ ਕਰਾਵਾਂਗੇ ਤਾਂ ਕਿ ਆਪਦਾ ਕਾਰੋਬਾਰ ਕਰ ਸਕਣ। ਅੱਜ 4 ਸਾਲ ਹੋ ਗਏ, 4 ਲੱਖ ਗੱਡੀ ਬਣਦੀ ਹੈ। ਫਿਰ 12,000 ਪਿੰਡ ਹੈ, 40 ਗੱਡੀਆਂ ਪਿੰਡ ਮਗਰ ਬਣ ਗਈਆਂ, ਆ ਗਈਆਂ। ਫਿਰ ਤਾਂ ਬਾਪੂ ਵਾਲੀ ਗੱਡੀ ਦਿੱਤੀ ਹੈ ਜਿਹੜੀ, ਉਹਦੇ ਹੀ ਟਾਇਰ ਘਸਾਉਂਦੇ ਫਿਰਦੇ ਆ ਆਪਾਂ। ਤੀਜੀ ਗੱਲ ਕਹਿੰਦੇ ਜੀ ਇੱਕ ਸਕੀਮ ਚਲਾਤੀ ਅਸੀਂ, ਯਾਰੀ ਐਂਟਰਪ੍ਰਾਈਜ਼ਸ। 2 ਤੋਂ ਵੱਧ ਨੌਜਵਾਨ ਇਕੱਠੇ ਹੋ ਕੇ ਕੋਈ ਕਾਰੋਬਾਰ ਸ਼ੁਰੂ ਕਰਨ ਤੇ ਕਹਿੰਦੇ ਅਸੀਂ 5 ਲੱਖ ਰੁਪਇਆ ਪੰਜਾਬ ਸਰਕਾਰ ਉਹਨਾਂ ਨੂੰ ਦੇਗੀ। ਹੈਰਾਨੀ ਦੀ ਗੱਲ ਹੈ ਯਾਰ, ਤੁਸੀਂ ਹਜ਼ਾਰਾਂ ਦੀ ਤਾਦਾਦ 'ਚ ਨੌਜਵਾਨ ਅੱਜ ਆਏ ਆ, ਫਿਰ 5-5 ਲੱਖ ਤਾਂ ਸਾਰੇ ਹੀ ਆਪਾਂ ਬੜੇ ਕਾਰੋਬਾਰ ਆਪਣੇ ਚੱਲ ਪਏ ਹੋਣੇ। ਇੱਕ ਨਵਾਂ ਪੈਸਾ ਨਹੀਂ ਦਿੱਤਾ। ਸ਼ਹੀਦਾਂ ਨਾਲ ਵੀ ਠੱਗੀ ਕੀਤੀ। ਸ਼ਹੀਦ ਭਗਤ ਸਿੰਘ ਦਾ ਨਾਂ ਵਰਤ ਕੇ, ਜਿੱਥੇ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਗੁਰੂ ਸਾਹਿਬਾਨਾਂ ਤੋਂ ਭਗੌੜੇ ਹੋਏ ਆ, ਉੱਥੇ ਸ਼ਹੀਦ ਆਜ਼ਮ ਭਗਤ ਸਿੰਘ ਦਾ ਨਾਂ ਵਰਤ ਕੇ ਸ਼ਹੀਦਾਂ ਨਾਲ ਵੀ ਠੱਗੀ ਕੀਤੀ ਇਹਨਾਂ ਨੇ। ਐਸਸੀ ਸਕਾਲਰਸ਼ਿਪ ਦੀ ਜੇ ਮੈਂ ਗੱਲ ਕਰਾਂ, 1563 ਕਰੋੜ ਰੁਪਇਆ ਪੰਜਾਬ ਸਰਕਾਰ ਦਾ ਪੈਂਡਿੰਗ ਹੈ। ਮਗਰਲੇ 4 ਸਾਲਾਂ ਦਾ ਸਾਡੇ ਐਸਸੀ ਭਾਈਚਾਰੇ ਦੇ ਨੌਜਵਾਨਾਂ ਦਾ ਜਿਹੜਾ ਪੜ੍ਹਾਈ ਦਾ ਵਜ਼ੀਫਾ ਹੈ, 1 ਰੁਪਈਆ ਨਹੀਂ ਦਿੱਤਾ 4 ਸਾਲ। ਰਿਕਾਰਡ ਦਾ ਹਿੱਸਾ ਮੈਂ ਸਾਰਾ ਰਿਕਾਰਡ ਲੈ ਕੇ ਆਇਆ, ਪੜ੍ਹ ਕੇ ਬੋਲ ਰਿਹਾ। ਕਿਸੇ ਮੰਚ ਤੇ ਮੇਰੇ ਨਾਲ ਖੜ ਕੇ ਕੋਈ ਮਰਜ਼ੀ ਡਿਬੇਟ ਕਰ ਲਵੇ। ਅਖੀਰਲਾ ਜਿਹੜਾ ਵਜ਼ੀਫਾ ਆਇਆ ਸੀ 2016-17 ਚ ਆਇਆ ਸੀ, ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ, ਤੇ ਕੈਪਟਨ ਅਮਰਿੰਦਰ ਸਿੰਘ ਨੇ ਨੀਤੀ ਆਯੋਗ ਚ ਆਪਦੇ ਲਿਖਤੀ ਭਾਸ਼ਣ ਚ ਕਿਹਾ ਕਿ 1500 ਕਰੋੜ ਰੁਪਇਆ ਅਸੀਂ ਦੇਣਾ, ਤੇ ਦਿੱਤਾ ਕੱਖ ਵੀ ਨਹੀਂ। ਗਿਆ ਕਿੱਥੇ? ਉਹ ਕੇਂਦਰ ਵੱਲੋਂ ਪੈਸੇ ਆਏ, ਗਏ ਕਿੱਥੇ? ਉਹ ਸਾਧੂ ਲੈ ਗਿਆ। ਕਿਹੜਾ ਸਾਧੂ? ਸਾਧੂ ਭੋਰੇ ਵਾਲਾ ਨਹੀਂ, ਵਜ਼ੀਫੇ ਵਾਲਾ। ਨਾਰਾ ਚੱਲਿਆ ਸੀ ਨਾ ਪੰਜਾਬ 'ਚ, ਸਾਧੂ ਨਹੀਂ ਇਹ ਚੋਰ ਹੈ, ਇਹਨੇ ਗਰੀਬਾਂ ਦੇ ਪੈਸਿਆਂ ਦਾ ਡਾਕਾ ਮਾਰਿਆ, ਇਹ ਸਾਧੂ ਧਰਮ ਸੋਧ ਲੈ ਗਿਆ ਇਹ ਪੈਸੇ ਸਾਰੇ। ਤੇ ਰਿਜ਼ਲਟ ਕੀ ਉਹਦਾ ਨਿਕਲਿਆ? ਸਿੱਟਾ ਕੀ ਨਿਕਲਿਆ? ਪੈਸੇ ਜਿਹੜੇ ਇਹਨਾਂ ਨੇ ਨਹੀਂ ਦਿੱਤੇ, ਉਹਦਾ ਸਿੱਟਾ ਇਹ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 3.5 ਲੱਖ ਬੱਚਾ ਵਜ਼ੀਫੇ ਤੇ ਪੜ੍ਹਦਾ ਸੀ, ਤੇ ਅੱਜ ਉਹ ਗਿਣਤੀ 1 ਲੱਖ ਤੋਂ ਥੱਲੇ ਰਹਿ ਗਈ। 2.5 ਲੱਖ ਪਰਿਵਾਰਾਂ ਦੇ ਨੌਜਵਾਨ ਪੜ੍ਹਾਈ ਕਰਨੀਓ ਵਾਂਝੇ ਹੋ ਗਏ ਇਸ ਕੈਪਟਨ ਦੀਆਂ ਮਾੜੀਆਂ ਨੀਤੀਆਂ ਕਰਕੇ। ਇਹਨਾਂ ਗੱਲਾਂ ਦਾ ਜਵਾਬ ਲੈਣ ਆਏ ਆ ਅਸੀਂ। ਇਹਨਾਂ ਤੋਂ ਤਾਂ ਜਿੰਨੇ ਮਰਜ਼ੀ ਜਵਾਬ ਆਥਣ ਤਾਂ ਹੀ ਲਈ ਜਾਈਏ, ਇੱਕ ਉਹ ਦੂਜੇ ਨਵੇਂ ਫੇਰ ਖੜੇ ਹੋ ਗਏ। ਉਹ ਆ ਤੁਹਾਡੇ ਤਾਂ ਜੀਟੀ ਰੋਡ ਤੇ ਹੀ ਨੇੜੇ ਹੀ ਪੈ ਜਾਂਦਾ, ਜਿਉਂ ਗੱਡੀ 'ਚ ਪੈਂਦਾ ਉਹ ਲੂੰਬੜ ਜਾ ਅਰਵਿੰਦ ਕੇਜਰੀਵਾਲ ਪਾਉਂਦਾ ਗੇਰ ਪੰਜਾਬ ਨੂੰ, ਕਿਉਂਕਿ ਦਿੱਲੀ ਤਾਂ ਉਹਨਾਂ ਦੀ ਚੱਲਦੀ ਨਹੀਂ। ਉਹਦਾ ਮਨ ਹੈ ਕਿ ਮੈਂ ਇੱਕ ਵਾਰੀ ਪੰਜਾਬੀਆਂ ਤੇ ਰਾਜ ਕਰ ਲਾਂ ਦਿੱਲੀੋਂ ਆ ਕੇ। ਇਹ ਸਾਡੇ ਖਾਲਸਿਆਂ ਨੇ ਤਾਂ ਜਾ ਕੇ ਲਾਲ ਕਿਲੇ ਤੇ ਝੰਡਾ ਚੜਾਇਆ ਸੀ, ਤੇ ਪੰਜਾਬੀਆਂ ਨੇ ਤੈਨੂੰ ਪਤਾ ਨਹੀਂ ਬਿਹਾਰ ਚੋਂ ਆਇਆ ਕਿ ਕਿੱਥੋਂ ਆਇਆ, ਬੰਗਾਲ ਚੋਂ ਆਇਆ, ਤੈਨੂੰ ਕਿੱਥੇ ਇੱਥੇ ਵੜਨ ਦੇਣਾ ਕਿਸੇ ਨੇ। ਬਾਗੇ ਪੁਰਾਣੇ ਰੈਲੀ ਕੀਤੀ ਆ ਕੇ, ਤੇ ਕਹਿੰਦਾ ਮੈਂ 20 ਲੱਖ ਨੌਕਰੀ ਦੇਵਾਂਗਾ ਪੰਜਾਬੀ ਨੌਜਵਾਨਾਂ ਨੂੰ। ਆ ਕਹਿੰਦਾ ਕਾਰਡ ਸਾਂਭ ਕੇ ਰੱਖਿਓ ਕੈਪਟਨਾਂ ਦੇ। ਮੈਂ ਕਿਹਾ ਯਾਰ 20 ਲੱਖ ਦੀ ਗੱਲ ਕਰ ਗਿਆ, ਇਹ ਗੱਲ ਤਾਂ ਬੜੀ ਵੱਡੀ ਕਹਿ ਗਿਆ। ਪਤਾ ਤਾਂ ਕਰੀਏ ਇਹਦਾ ਪੁਰਾਣਾ ਰਿਕਾਰਡ ਕੀ ਬੋਲਦਾ। ਹੁਣ ਜਿਵੇਂ ਬਾਈਲਾਰਸ ਦਾ ਰੈਪੂਟੇਸ਼ਨ ਤੇ ਹੀ ਚੱਲ ਜਾਂਦਾ ਨਾ, ਤਾਂ ਮੈਂ ਕਿਹਾ ਇਹਦਾ ਪਤਾ ਕਰ ਲਈਏ ਇਹਦੀ ਰੈਪੂਟੇਸ਼ਨ ਕੀ ਹੈ।
ਤੇ ਦਿੱਲੀ ਸਰਕਾਰ ਦਾ ਮੈਂ EMPLOYMENT ਦਾ ਡਾਟਾ ਸਾਰਾ RTI 'ਚ ਲੈ ਕੇ ਆਇਆ ਤੇ ਕੀ ਕਹਿੰਦੇ ਆ ਇਹਨੇ 2015 ਚ ਉੱਥੇ ਆਪਦੇ ਮੈਨੀਫੈਸਟੋ 'ਚ 8 ਲੱਖ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ। ਮੈਂ RTI ਦਾ ਰਿਕਾਰਡ ਬੋਲ ਰਿਹਾ ਜਿਹੜਾ ਦਿੱਲੀ ਦਾ ਬੋਲਦਾ ਕਹਿੰਦਾ ਸੀ ਮੈਂ 8 ਲੱਖ ਨੌਕਰੀ ਦੇਵਾਂਗਾ ਤੇ ਕਿੰਨੀ ਦਿੱਤੀ ਦਿੱਲੀ ਦੇ ਨੌਜਵਾਨਾਂ ਨੂੰ? ਦਿੱਲੀ EMPLOYMENT EXCHANGE ਰਿਪਲਾਈਂਗ ਟੂ ਅ ਕੁਐਰੀ ਫਾਈਲਡ ਅੰਡਰ RTI ਕੀ ਕਹਿੰਦੇ ਆ ਉਹ ਕਿ 2016 ਚ ਇਹਨੇ ਦਿੱਤੀ 102 ਨੌਜਵਾਨਾਂ ਨੂੰ, 2017 ਚ ਦਿੱਤੀ 66 ਨੌਜਵਾਨਾਂ ਨੂੰ ਤੇ 2018 ਚ ਦਿੱਤੀ ਇਹਨੇ 46 ਨੌਜਵਾਨਾਂ ਨੂੰ। ਕੁੱਲ 214 ਨੌਜਵਾਨਾਂ ਨੂੰ ਨੌਕਰੀ ਦਿੱਤੀ। ਉਸ ਤੋਂ ਬਾਅਦ ਸਭ ਭੁੱਲ ਗਿਆ ਵੀ ਕੈਪਟਨ ਨੂੰ ਤੇ ਗੱਲਾਂ ਕਰਦਾ 8 ਲੱਖ ਦੀਆਂ। ਪੰਜਾਬ ਚ ਆ ਕੇ 20 ਲੱਖ ਦੀਆਂ ਗਾਪੀ ਮਾਰਨਾ ਨਾ, ਤੜਕੇ ਇਹ ਰੋਡ ਦਿੰਦਾ, ਹੱਥ ਨੇ 2 ਲਾ ਕੇ ਕੈਪਟਨ ਰੋਡ ਦਿੰਦਾ, ਕਿਹੜਾ ਜ਼ੋਰ ਲੱਗਦਾ ਕਿਸੇ ਗੱਲ ਦਾ? ਇਹ ਤਾਂ ਉਹ ਗੱਲ ਹੋਈ ਕਿ ਕਿਸੇ ਦੁਕਾਨ ਤੇ ਇੱਕ ਬੰਦਾ ਕੋਈ ਦਵਾਈ ਲੈਣ ਚਲੇ ਗਿਆ, ਪੈਸਟੀਸਾਈਡ ਦੀ ਸੀ। ਦੁਕਾਨ ਵਾਲੇ ਨੂੰ ਪੁੱਛਿਆ, ਕਹਿੰਦਾ ਕਿਵੇਂ ਲੀਟਰ ਹੈ? ਕਹਿੰਦਾ 1000 ਨੂੰ ਲਾਈ ਹੈ। ਕਹਿੰਦਾ ਤੂੰ ਐ ਕਰ 1500 ਦੇ ਹਿਸਾਬ ਨਾਲ ਨਾ ਸਾਰੀ ਦੇ ਦੇ, ਮੇਰੀ ਗੱਡੀ 'ਚ ਰਖਾ ਦੇ। ਉਹ ਵੀ ਖੁਸ਼ ਹੋ ਗਿਆ। ਉਹ ਕਹਿੰਦਾ ਵੀ ਰੱਖ ਲਓ, ਗੱਡੀ 'ਚ ਰੱਖਣ ਲੱਗ ਗਏ। ਤੇ ਉੱਥੇ ਇੱਕ ਵਿਚਾਰਾ ਜ਼ਿਮੀਂਦਾਰ ਪਿੰਡ ਦਾ ਖੜਾ ਸੀ। ਉਹ ਕਹਿੰਦਾ ਯਾਰ ਤੂੰ ਹੱਸੀ ਕਿਉਂ ਜਾਂਦਾ ਦੁਕਾਨ ਵਾਲੇ ਨੂੰ? ਆਂਦਾ ਉਹ ਕਹਿੰਦਾ ਵੀ 1000 ਦੀ ਸੀਗੀ, ਲੀਟਰ ਨੂੰ 1500 ਨੂੰ ਲੈ ਗਿਆ ਤੇ ਮੈਂ ਹੱਸਣਾ ਹੀ ਹੈ। ਕਹਿੰਦਾ ਠੀਕ ਹੈ ਗੱਲ। ਬਾਹਰ ਨਿਕਲ ਕੇ ਪੁੱਛਦਾ ਦੂਜੇ ਨੂੰ ਜਿਹੜਾ ਲੈ ਕੇ ਗਿਆ, ਉਹ ਕਹਿੰਦਾ ਉਹ ਤਾਂ ਹੱਸੀ ਜਾਂਦਾ ਕਿਉਂਕਿ 1000 ਵਾਲੀ ਤੂੰ 1500 ਚ ਲੈ ਆਇਆ ਹੈ, ਤੂੰ ਕਿਸ ਗੱਲ 'ਚ ਹੱਸਦਾ? ਉਹ ਕਹਿੰਦਾ ਆਪਾਂ ਕਿਹੜਾ ਦੇਣੇ ਆ। ਸੋ ਇਹਨਾਂ ਨੇ ਕਿਹੜਾ ਦੇਣੀਆਂ ਨੌਕਰੀਆਂ? ਉਹ 50 ਲੱਖ ਕਹਿ ਦਿੰਦਾ, ਇਹ 20 ਲੱਖ ਕਹਿ ਦਿੰਦਾ। ਰੋੜੀ ਚੱਲੋ, ਜੇ ਫੜ ਲਿਆ ਲੋਕਾਂ ਨੇ ਤਾਂ ਠੀਕ ਹੈ, ਜੇ ਚੱਲ ਗਿਆ ਤਾਂ ਚੱਲ ਗਿਆ ਸਹੀ। ਫਿਰ ਇਹ ਹਾਲਾਤ ਹੈ ਇਹਨਾਂ ਦੇ। ਤੇ ਇਹ ਸਰਕਾਰਾਂ, ਇਹ ਦੋਵੇਂ ਪਾਰਟੀਆਂ, ਇੱਕ ਪੰਜਾਬ ਸਰਕਾਰ ਚਲਾ ਰਹੀ ਹੈ, ਇੱਕ ਦਿੱਲੀ ਸਰਕਾਰ ਚਲਾ ਰਹੀ ਹੈ। ਤੇ ਕਿਸਾਨਾਂ ਦੇ ਹਿੱਤ ਅੱਜ ਜਿਹੜੀ ਸਭ ਤੋਂ ਵੱਡੀ ਆਪਾਂ ਮਾਰ ਪੈ ਰਹੀ ਆ ਆਪਾਂ ਨੂੰ, ਕਾਲੇ ਕਾਨੂੰਨ ਜਿਹੜੇ ਪਾਸ ਹੋਏ ਆ, ਅੱਜ ਸਾਰਾ ਪੰਜਾਬ ਸੰਘਰਸ਼ ਕਰ ਰਿਹਾ ਹੈ। ਸਾਰਾ ਪੰਜਾਬ ਸੰਘਰਸ਼ ਕਰ ਰਿਹਾ ਹੈ। ਉਸ ਲੜਾਈ ਦੇ ਵਿੱਚ ਵੀ ਇਹਨਾਂ ਦੋਵਾਂ ਪਾਰਟੀਆਂ ਨੇ ਧੋਖਾ ਦਿੱਤਾ। ਇਹ ਬਿੱਲ ਜਿਹੜੇ ਪਾਸ ਹੋਏ ਆ, ਇਹ ਫਿਕਸਡ ਮੈਚ ਦੇ ਤਹਿਤ ਪਾਸ ਹੋਇਆ। ਇਹਨਾਂ ਦੀ ਰਜਾਮੰਦੀ ਬਿਨਾਂ ਪਾਸ ਨਹੀਂ ਹੋ ਸਕਦੇ ਸੀ। ਕੈਪਟਨ ਅਮਰਿੰਦਰ ਸਿੰਘ ਨੇ 2017 ਚ ਇਹੀ ਪੰਜਾਬ ਵਿਧਾਨ ਸਭਾ ਚ ਪਾਸ ਕੀਤੀ ਤੇ ਜਿੱਦੇ ਪਾਰਲੀਮੈਂਟ ਚ ਆਏ, ਉਹਦੇ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਦੋਵੇਂ ਜਹਾਜ਼ ਲੈ ਕੇ ਅਮਰੀਕਾ ਚੜ੍ਹ ਗਏ। ਕੀ ਗੱਲ 2 ਦਿਹਾੜੀਆਂ ਬਾਅਦ ਚ ਚਲੇ ਜਾਂਦੇ ਤਾਂ ਕੋਈ ਢਿੱਡ ਪੀੜ ਹੁੰਦੀ ਸੀ ਇਹਨਾਂ ਦੇ? ਜਿੱਦੇ ਪਾਸ ਹੋ ਗਏ ਦੋਵੇਂ ਜਾਣੇ ਫੇਰ ਆ ਗਏ। ਸਾਰੇ MP ਇਹਨਾਂ ਦੇ ਗੈਰ ਹਾਜ਼ਰ ਹੋਏ ਜਿੱਦੇ ਬਿੱਲ ਲੋਕ ਸਭਾ ਦੇ ਵਿੱਚ ਆਏ ਆ। ਇਹ ਟੈਕਟੀਕਲ ਅੰਡਰਸਟੈਂਡਿੰਗ ਨਾਲ ਪਾਸ ਹੋਇਆ। ਰਵਨੀਤ ਬਿੱਟੂ ਦੀ ਸਟੇਟਮੈਂਟ ਹੈ, ਤੁਸੀਂ ਨੌਜਵਾਨ ਸਾਰੇ ਸੋਸ਼ਲ ਮੀਡੀਆ ਤੇ ਹੋ, ਕੱਢ ਲਿਓ। ਕਹਿੰਦਾ 2009 ਚ ਜਦੋਂ ਕਾਂਗਰਸ ਦੀ ਸਰਕਾਰ ਸੀ, ਅਸੀਂ ਵੀ ਇਹੀ ਬਿੱਲ ਲਿਆਂਦੇ ਸੀ, ਸਾਡੀ ਮੈਜੋਰਟੀ ਨਹੀਂ ਸੀ, ਪਾਸ ਨਹੀਂ ਹੋ ਸਕੇ। ਮਨਸ਼ਾ ਤਾਂ ਇਹੀ ਹੈ ਨਾ, ਫਿਰ ਮਨਸ਼ਾ ਤਾਂ ਸਾਬਤ ਹੋ ਗਈ। ਕਿਸਾਨੀ ਮੁੱਦੇ ਤੇ ਜਿੱਥੇ ਇਹਨਾਂ ਦੋਨਾਂ ਪਾਰਟੀਆਂ ਨੇ ਧੋਖਾ ਕੀਤਾ। ਇੱਕ ਉਹ ਦੂਜਾ ਜਿਹੜਾ ਹੈਗਾ ਬਨ ਕੇ ਬਸੰਤੀ ਰੰਗ ਦੀ ਪੱਗ ਤੇ ਆਪਦੇ ਆਪ ਨੂੰ ਸਮਝਦਾ ਕਿ ਮੈਂ ਭਗਤ ਸਿੰਘ ਦੀ ਸੋਚ ਦਾ ਵਾਰਿਸ ਬਣ ਗਿਆ। ਕੇਵਲ ਚੁਟਕਲੇ ਸੁਣਾਉਣ ਨਾਲ ਤੇ ਮਸ਼ਕਰੀਆਂ ਕਰਨ ਨਾਲ ਪੰਜਾਬ ਦੇ ਮਸਲੇ ਨਹੀਂ ਹੱਲ ਹੋਣੇ। ਇੱਥੇ ਸੇਵਾ ਕਰਨੀ ਪੈਣੀ ਹੈ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਸੋਚ ਤੇ ਚੱਲਣਾ ਬੜਾ ਔਖਾ ਕੰਮ ਹੈ। ਸੇਵਾ ਦੇਸ਼ ਦੀ ਜ਼ਿੰਦੜੀ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸਖਲੀਆਂ ਨੇ। ਉਹਨੇ ਵੀ ਭਗਵੰਤ ਮਾਨ ਦੀ ਮੈਂ ਗੱਲ ਕਰ ਰਿਹਾ, ਮੈਂ ਰਿਕਾਰਡ ਤੇ ਵੀ ਗੱਲ ਕੀਤੀ ਹੈ, ਅੱਜ ਤੱਕ ਉਹਨੇ ਜਵਾਬ ਨਹੀਂ ਦਿੱਤਾ। 18 ਮਾਰਚ 2021 ਨੂੰ ਹੋਈ ਮੀਟਿੰਗ 'ਚ, ਮੈਂ ਮੀਟਿੰਗ ਦਾ ਖੱਲੜਾ ਉਹਦਾ ਵੀ ਲੈ ਕੇ ਆਇਆ ਕਿਉਂਕਿ ਮੈਂ ਵੀ ਪੰਡ ਰਿਕਾਰਡ ਦੀ ਨਾਲ ਲੈ ਕੇ ਚੱਲਦਾ ਵੀ ਕੋਈ ਗੱਲ ਪੁੱਛ ਲੈ ਤਾਂ ਕਾਗਜ਼ ਪੱਤਰ ਪੂਰੇ ਹੋਣ। 18 ਮਾਰਚ ਨੂੰ ਮੀਟਿੰਗ ਹੋਈ ਸਟੈਂਡਿੰਗ ਕਮੇਟੀ ਦੀ ਪਾਰਲੀਮੈਂਟ ਦੀ, ਜਿਹਨੇ ਇਹ 3 ਕਾਲੇ ਕਾਨੂੰਨਾਂ ਚੋਂ
ਇੱਕ ਕਾਨੂੰਨ ਪਾਸ ਕੀਤਾ, ਅਸੈਂਸ਼ੀਅਲ ਕਮੋਡਿਟੀਜ਼ ਐਕਟ ਨੂੰ ਰਿਕਮੈਂਡ ਕੀਤਾ। ਉਹਦੇ ਤੇ ਦਸਤਖਤ ਕੀਤੇ ਆ ਉਸ ਸਿਫਾਰਿਸ਼ ਤੇ ਕਿ ਇਹ ਕਾਨੂੰਨ ਲਾਗੂ ਹੋਣਾ ਚਾਹੀਦਾ। ਉਹਦੇ ਤੇ ਦਸਤਖਤ ਭਗਵੰਤ ਮਾਨ ਦੇ ਦਸਤਖਤ ਹੈ ਕਿ ਇਹ ਕਾਨੂੰਨ ਪਾਸ ਹੋਣਾ ਚਾਹੀਦਾ। ਆ ਸਾਰੀ ਉਹ ਮੀਟਿੰਗ ਦੀ ਮਿਨਟਸ ਤੇ ਰਿਕਮੈਂਡੇਸ਼ਨ ਮੈਂ ਲੈ ਕੇ ਆਇਆ। ਸਮਾਂ ਪਹਿਲਾਂ ਬਹੁਤ ਹੋ ਗਿਆ, ਮੈਂ ਪੜ੍ਹ ਕੇ ਸੁਣਾਉਣਾ ਚਾਹੁੰਦਾ ਸੀ ਇਹਦੇ ਚੋਂ 2-4 ਲਾਈਨਾਂ ਤੁਹਾਨੂੰ, ਪਰ ਮੈਂ ਪ੍ਰੈਸ ਕਾਨਫਰੰਸਾਂ ਵੀ ਕੀਤੀਆਂ। ਮੈਂ ਚੈਲੰਜ ਕੀਤਾ ਭਗਵੰਤ ਮਾਨ ਨੂੰ ਕਿ ਜੇ ਮੇਰੀ ਗੱਲ ਨੂੰ ਝੁਠਲਾ ਦੇ, ਇਸ ਮੀਟਿੰਗ ਦੇ ਮਿਨਟਸ ਇੱਕ ਥਾਂ ਤੇ ਦਿਖਾ ਦੇ ਜਿੱਥੇ ਤੂੰ ਇਸ ਕਾਨੂੰਨ ਦਾ ਵਿਰੋਧ ਕੀਤਾ ਹੋਇਆ। ਜਿਸ ਚੌਂਕ 'ਚ ਖੜ ਕੇ ਮੈਨੂੰ ਕਹੋਗੇ ਮੈਂ ਮਾਫੀ ਮੰਗੂੰਗਾ, ਵਰਨਾ ਭਗਵੰਤ ਮਾਨ ਜਾਵੇ ਟਿਕਰੀ, ਭਗਵੰਤ ਮਾਨ ਜਾਵੇ ਸਿੰਘੂ, ਹੱਥ ਬੰਨ ਕੇ ਕਿਸਾਨ ਭਰਾਵਾਂ ਤੋਂ ਮਾਫੀ ਮੰਗੇ ਕਿ ਮੈਂ ਤੁਹਾਡੇ ਇੰਟਰਸਟ ਵੇਚ ਕੇ ਆਇਆ, ਮੈਂ ਤੁਹਾਡੇ ਇੰਟਰਸਟ ਦਾ ਸੌਦਾ ਕਰਕੇ ਆਇਆ। ਮੈਂ ਇਹ ਬਿੱਲਾਂ ਤੇ ਪੈਸੇ ਲੈ ਕੇ ਅੰਬਾਨੀਆਂ ਤੇ ਅਡਾਨੀਆਂ ਤੋਂ ਦਸਤਖਤ ਕੀਤੇ ਹੈ। ਇਹ ਜਿਹੜਾ ਪੈਸਾ ਹੁਣ ਪੰਜਾਬ ਦੀ ਇਲੈਕਸ਼ਨ ਤੇ ਆਮ ਆਦਮੀ ਪਾਰਟੀ ਨੇ ਲਾਉਣਾ, ਉਹ ਇਹਨਾਂ ਕਾਨੂੰਨਾਂ ਤੇ ਦਸਤਖਤ ਕਰਨ ਦੇ ਇਵਜ਼ 'ਚ ਇਹਨਾਂ ਨੇ ਅੰਬਾਨੀਆਂ ਤੇ ਅਡਾਨੀਆਂ ਤੋਂ ਪੈਸਾ ਲਿੱਤਾ ਤੇ ਅੱਜ ਤੱਕ ਭਗਵੰਤ ਮਾਨ ਕੋਲੇ ਕੋਈ ਜਵਾਬ ਨਹੀਂ। ਹੂੰ ਤਾਂ ਬੜਾ ਚੜ ਕੋਠੇ ਟਾਰਾਂ ਮਾਰਦਾ ਤੇ ਮੈਂ ਡਾਇਰੈਕਟ ਇਲਜ਼ਾਮ ਲਾ ਰਿਹਾ ਉਹਦੇ ਤੇ ਜਵਾਬ ਹੀ ਕੋਈ ਨਹੀਂ ਉਸ ਗੱਲ ਦਾ। ਇਹ ਹਾਲ ਹੈ ਇਹਨਾਂ ਦਾ। ਇਹਨਾਂ ਪਾਰਟੀਆਂ ਦਾ ਬਚਣ ਦੀ ਲੋੜ ਹੈ। ਪਰ ਜਿੱਥੇ ਤੁਸੀਂ ਨੌਜਵਾਨ ਬੈਠੇ ਹੋ, ਆ ਸਾਰੀ ਟੀਮ ਫਤਿਹਗੜ੍ਹ ਸਾਹਿਬ ਦੀ ਵੀ ਖੜੀ ਹੈ। ਮੈਂ ਤੁਹਾਨੂੰ ਵਧਾਈ ਵੀ ਦਿੰਦਾ, ਤੁਹਾਡਾ ਧੰਨਵਾਦ ਵੀ ਕਰਦਾ। ਤੁਸੀਂ ਯੂਥ ਅਕਾਲੀ ਦਲ ਦਾ ਸਿਰ ਉੱਚਾ ਕੀਤਾ, ਸ਼੍ਰੋਮਣੀ ਅਕਾਲੀ ਦਲ ਦਾ ਸਿਰ ਉੱਚਾ ਕੀਤਾ। ਇੱਕ ਫੈਸਲਾ ਹੋਇਆ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕੀਤਾ ਸੀ ਕਿ ਬਿਨਾਂ ਪਾਰਟੀ ਦੇ ਝੰਡੇ ਤੋਂ, ਕਿਉਂਕਿ ਇੱਥੇ ਪਾਰਟੀਆਂ ਦੀ ਗੱਲ ਨਹੀਂ, ਇਹ ਹੋਂਦ ਦੀ ਲੜਾਈ ਹੈ ਪੰਜਾਬ ਦੀ, ਇਹ ਫਸਲ ਦੀ ਨਹੀਂ, ਇਹ ਨਸਲ ਦੀ ਲੜਾਈ ਹੈ। ਉਸ ਲੜਾਈ 'ਚ ਕਿਸਾਨ ਜਥੇਬੰਦੀਆਂ ਦੇ ਪਿੱਛੇ ਲੱਗ ਕੇ ਜੋ ਉਹਨਾਂ ਦਾ ਹੁਕਮ ਹੋਵੇ ਉਸ ਹੁਕਮ ਤੇ ਫੁੱਲ ਚੜਾਉਣੇ। ਇਹ ਪ੍ਰਧਾਨ ਸਾਹਿਬ ਨੇ ਵੀ ਗੱਲ ਆਖੀ ਸੀ ਤੇ ਸ਼ਹੀਦ ਆਜ਼ਮ ਭਗਤ ਸਿੰਘ ਦੀ ਸੋਚ ਤੋਂ ਪ੍ਰੇਰਣਾ ਲੈ ਕੇ ਜਿਹੜੀ ਉਹਨਾਂ ਨੇ ਫਰਜ਼ ਦੀ ਅਦਾਇਗੀ ਦੀ ਗੱਲ ਕੀਤੀ ਸੀ, ਤੁਸੀਂ ਵੀ ਆਪਦਾ ਫਰਜ਼ ਅਦਾ ਕੀਤਾ। ਸ਼ਹੀਦ ਆਜ਼ਮ ਭਗਤ ਸਿੰਘ ਜਦੋਂ ਉਹਨਾਂ ਨੂੰ ਫਾਂਸੀ ਹੋਣ ਲੱਗੀ ਤੇ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਡੀ ਆਖਰੀ ਇੱਛਾ ਕੀ ਹੈ। ਸ਼ਹੀਦ ਆਜ਼ਮ ਭਗਤ ਸਿੰਘ ਦੇ ਬੋਲ ਸੀ, हम अपनी ये जान फिदा कर चले हाँ, शरीरों को रूह से जुदा कर चले हाँ, कोई हरगिज फिक्र ना करना हमारी, हम अपना ये फर्ज अदा कर चले हाँ। उस फर्ज की अदायगी ते चलते हुए, उस सोच ते चलते हुए तुसी सारे नौजवानों ने जिहड़े पहले दिन तो लैके इस संघर्ष के विच जी जान नाल लगे हो, ਤੁਸੀਂ ਪਾਰਟੀ ਦਾ ਮਾਣ ਵਧਾਇਆ। ਮੈਂ ਅੱਗੇ ਵੀ ਬੇਨਤੀ ਕਰਦਾ ਤੁਹਾਨੂੰ, ਅਖੀਰਲੇ ਦਮ ਤੱਕ, ਜਦੋਂ ਤੱਕ ਦਿੱਲੀ ਨੂੰ ਆਪਾਂ ਝੁਕਾਣ ਨਹੀਂ ਦਿੰਦੇ, ਜਦੋਂ ਤੱਕ ਮੋਦੀ ਦੀ ਧੌਣ ਚੋਂ ਇਹ ਕਿੱਲਾ ਨਹੀਂ ਕੱਢ ਦਿੰਦੇ, ਉਦੋਂ ਤੱਕ ਡਟੇ ਰਹੋ। ਜੋ ਕਿਸਾਨ ਜਥੇਬੰਦੀਆਂ ਹੁਕਮ ਕਰਨ, ਜੋ ਕਿਸਾਨ ਅਗਵਾਈ ਕਰ ਰਹੇ ਇਸ ਸੰਘਰਸ਼ ਦੀ, ਉਹ ਹੁਕਮ ਕਰਨ। ਉਸ ਹੁਕਮ ਦੀ ਇਨ ਬਿਨ ਪਾਲਣਾ ਕਰਕੇ ਇਸ ਲੜਾਈ ਦੇ ਵਿੱਚ ਆਪਾਂ ਆਪਦਾ ਯੋਗਦਾਨ ਪਾਉਣਾ ਹੈ, ਕਿਉਂਕਿ ਸਭ ਤੋਂ ਪਹਿਲਾਂ ਆਪਾਂ ਕਿਸਾਨ ਹਾਂ। ਮੈਂ ਤੁਹਾਨੂੰ ਇਹ ਵੀ ਬੇਨਤੀ ਕਰਦਾ ਅਖੀਰ 'ਚ ਕਿ ਅੱਜ 4.5 ਸਾਲ ਬਾਅਦ ਜਾਂ 4.25 ਸਾਲ ਬਾਅਦ ਦੇਖੀਏ ਇਸ ਸਰਕਾਰ ਦੀ ਕਹਾਣੀ ਕੀ ਬਣ ਕੇ ਰਹੇਗੀ। ਇਹ ਸਰਕਾਰ ਲੁੱਟ ਦੀ ਤੇ ਕੁੱਟ ਦੀ ਸਰਕਾਰ ਬਣ ਕੇ ਰਹੇਗੀ। ਇਹ ਸਰਕਾਰ ਦੀ ਕਹਾਣੀ ਸਕੈਮਾਂ ਦੀ ਕਹਾਣੀ ਬਣ ਕੇ ਰਹੇਗੀ। ਚਾਹੇ ਉਹ 7000 ਕਰੋੜ ਰੁਪਏ ਦਾ ਲਿਕਰ ਦਾ ਸਕੈਮ ਹੋਵੇ, ਚਾਹੇ ਉਹ ਡਰੱਗਸ ਦਾ ਸਕੈਮ ਹੋਵੇ ਬਲਬੀਰ ਸਿੱਧੂ ਦੀ ਸਰਪ੍ਰਸਤੀ ਹੇਠ, ਚਾਹੇ ਮਾਈਨਿੰਗ ਦਾ ਸਕੈਮ ਹੋਵੇ, ਚਾਹੇ ਕਰੋਨਾ ਦੇ ਦੌਰਾਨ, ਲਾਕਡਾਊਨ ਦੇ ਦੌਰਾਨ ਰਾਸ਼ਨ ਦਾ ਸਕੈਮ ਕੀਤਾ ਹੋਵੇ। ਇਹ ਸਰਕਾਰ ਦੀ ਕਹਾਣੀ ਜਿਹੜੀ ਆ ਉਹ ਸਕੈਮਾਂ ਦੀ ਕਹਾਣੀ ਬਣ ਕੇ ਰਹਿ ਗਈ ਹੈ। ਅੱਜ ਮੈਂ ਤੁਹਾਨੂੰ ਬੇਨਤੀ ਕਰਦਾ, ਯੂਥ ਅਕਾਲੀ ਦਲ ਦਾ ਪ੍ਰਧਾਨ ਹੋਣ ਦੇ ਨਾਤੇ ਵੀ ਤੇ ਤੁਹਾਡਾ ਵੱਡਾ ਭਰਾ ਹੋਣ ਦੇ ਨਾਤੇ ਵੀ, ਕਿ ਕਮਰ ਕਸੇ ਕੱਸ ਲੋ। ਯੂਥ ਅਕਾਲੀ ਦਲ ਜਿੰਦਾਬਾਦ, ਸਰਦਾਰ ਸਿੰਘ ਪੱਟੀ ਜਿੰਦਾਬਾਦ, ਸਰਦਾਰ ਸਿੰਘ ਪੱਟੀ ਜਿੰਦਾਬਾਦ। ਕਮਰ ਕਸੇ ਕੱਸ ਲੋ ਤੇ ਜਾਨ ਲਾ ਦਿਓ। ਹੁਣ ਕੰਮਕਾਰ ਛੱਡ ਦਿਓ ਸਾਰੇ। ਇਹ ਅਖੀਰਲੇ 6 ਮਹੀਨੇ ਪਾਰਟੀ ਦੇ ਲੇਖੇ ਲਾ ਦਿਓ।
ਮੈਨੂੰ ਬਾਦਲ ਸਾਹਿਬ ਦੀ ਇੱਕ ਗੱਲ ਹਮੇਸ਼ਾ ਯਾਦ ਆਉਂਦੀ ਹੈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਕਸਰ ਕਿਹਾ ਕਰਦੇ ਆ ਕਿ ਪਾਰਟੀ ਮਾਂ ਹੁੰਦੀ ਹੈ। ਇੱਕ ਇਨਸਾਨ ਦੀਆਂ 3 ਮਾਵਾਂ ਹੁੰਦੀਆਂ। ਬਾਦਲ ਸਾਹਿਬ ਅਕਸਰ ਇਹ ਗੱਲ ਕਰਦੇ ਆ। ਪਹਿਲੀ ਮਾਂ ਜਿਹੜੀ ਜਨਮ ਦਿੰਦੀ ਹੈ, ਦੂਸਰੀ ਮਾਂ ਧਰਤੀ ਮਾਂ ਜਿਹੜੀ ਰਿਜ਼ਕ ਦਿੰਦੀ ਹੈ, ਪਰਵਰਿਸ਼ ਕਰਦੀ ਹੈ, ਤੇ ਤੀਸਰੀ ਮਾਂ ਪਾਰਟੀ ਹੁੰਦੀ ਹੈ ਜਿਹੜੀ ਸਤਿਕਾਰ ਦਿੰਦੀ ਹੈ। ਪਹਿਲੀ ਮਾਂ ਜਨਮ ਦੇ ਸਕਦੀ ਹੈ, ਦੂਸਰੀ ਮਾਂ ਪਰਵਰਿਸ਼ ਕਰ ਸਕਦੀ ਹੈ, ਪਰ ਜੇ ਸਤਿਕਾਰ ਬੰਦੇ ਨੂੰ ਮਿਲਦਾ ਹੈ, ਸਮਾਜ ਦੇ ਵਿੱਚ ਇੱਜ਼ਤ ਮਿਲਦੀ ਹੈ, ਉਹ ਮਾਂ ਪਾਰਟੀ ਕਰਕੇ ਮਿਲਦੀ ਹੈ। ਅੱਜ ਇਸ ਮਾਂ ਪਾਰਟੀ ਨੂੰ ਤੁਹਾਡੀ ਲੋੜ ਹੈ। ਹਰ ਪਾਸਿਓਂ ਪੰਥ ਵਿਰੋਧੀ ਤਾਕਤਾਂ, ਦੇਸ਼ ਵਿਰੋਧੀ ਤਾਕਤਾਂ, ਕੌਮ ਵਿਰੋਧੀ ਤਾਕਤਾਂ, ਪੰਜਾਬ ਵਿਰੋਧੀ ਤਾਕਤਾਂ ਇਕੱਠੇ ਹੋ ਕੇ ਇੱਕੋ ਟਾਰਗੇਟ ਕਿ ਕੁਝ ਹੋ ਜਾਏ ਸ਼੍ਰੋਮਣੀ ਅਕਾਲੀ ਦਲ ਨੂੰ ਰੋਕੋ। ਜਿਸ ਤਰ੍ਹਾਂ ਨਾਲ ਲੋਕਾਂ ਦਾ ਹੜ ਆ ਰਿਹਾ ਜਿੱਥੇ ਜਾਈਏ। ਅੱਜ ਮੈਂ ਚੰਡੀਗੜ੍ਹ ਤੋਂ ਚੱਲ ਕੇ ਆਇਆ, ਥਾਂ ਥਾਂ ਤੇ ਜਿਹੜੇ ਨੌਜਵਾਨਾਂ ਵੱਲੋਂ ਸਵਾਗਤ ਕੀਤੇ ਜਾ ਰਹੇ ਆ, ਇੱਥੇ ਇੰਨੀ ਵੱਡੀ ਗਿਣਤੀ 'ਚ ਤੁਸੀਂ ਖੜੇ ਹੋ, ਉਹ ਸਵਾਗਤ ਮੇਰੇ ਨਹੀਂ ਹੋ ਰਹੇ, ਉਹ ਸਵਾਗਤ ਸ਼੍ਰੋਮਣੀ ਅਕਾਲੀ ਦਲ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸੋਚ ਦੇ ਹੋ ਰਹੇ। ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ, ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ। ਤੇ ਜਿਸ ਤਰ੍ਹਾਂ ਦਾ ਮੈਂ ਮਾਹੌਲ ਦੇਖ ਰਿਹਾ ਪੰਜਾਬ 'ਚ, ਮੈਂ ਹਰ ਵਿਧਾਨ ਸਭਾ ਹਲਕੇ 'ਚ ਜਾ ਰਿਹਾ, ਮੈਂ ਤੁਹਾਨੂੰ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਇਸ ਪਵਿੱਤਰ ਧਰਤੀ ਤੇ ਖੜੋ ਕੇ ਕਿ 94 ਸੀਟਾਂ ਦਾ ਰਿਕਾਰਡ ਸੀ 1997 'ਚ ਸ਼੍ਰੋਮਣੀ ਅਕਾਲੀ ਦਲ ਨੇ ਜਿੱਤੀਆਂ ਸੀ। ਤੁਸੀਂ ਉਹ ਰਿਕਾਰਡ ਤੋੜ ਕੇ 100 ਦਾ ਅੰਕੜਾ ਪਾਰ ਕਰਕੇ ਐਤਕੀ ਸ਼੍ਰੋਮਣੀ ਅਕਾਲੀ ਦਲ ਸਰਕਾਰ ਬਣਾਓ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ। ਤੇ ਨੌਜਵਾਨਾਂ ਤੇ ਮੈਂ ਖਾਸ ਕਰਕੇ ਗੱਲ ਕਰਾਂ ਤਾਂ ਬਾਦਲ ਸਾਹਿਬ ਤੇ ਮਜੀਠੀਆ ਸਾਹਿਬ, ਆਪਾਂ ਸਾਰਿਆਂ ਨੇ ਲੰਮਾ ਸਮਾਂ ਮਜੀਠੀਆ ਸਾਹਿਬ ਦੀ ਪ੍ਰਧਾਨਗੀ 'ਚ ਵੀ ਕੰਮ ਕੀਤਾ ਹੈ। ਤੁਹਾਡੇ ਤੇ ਮਾਣ ਬੜਾ ਕਰਦੇ ਹੋ ਤੇ ਮੇਰੇ ਵੀਰੋ, ਇਹ ਮਾਣ ਟੁੱਟਣਾ ਨਹੀਂ ਚਾਹੀਦਾ। ਤਕੜੇ ਹੋ ਜਾਓ, ਜਾਨ ਲਾ ਦਿਓ। ਆਪਾਂ ਪੰਜਾਬੀ 'ਚ ਗੱਲ ਕਰਦੇ ਹੁੰਦੇ ਆ ਨਾ ਕਿ ਲਹੂ ਰਿੜਕ ਦਿਓ, ਲਹੂ ਰਿੜਕ ਦਿਓ ਤੇ ਤੁਹਾਡੀ ਇਹ ਕੀਤੀ ਹੋਈ ਮਿਹਨਤ ਰੰਗ ਲਿਆਊਗੀ। ਤੇ ਮੇਰੀ ਗੱਲ ਯਾਦ ਰੱਖਿਓ, ਇਹ ਮਿਹਨਤ ਸਦਕਾ 6 ਮਹੀਨੇ ਬਾਅਦ ਜਿਹੜੀ ਚੋਣ ਹੋਣੀ ਹੈ, ਉਹ ਚੋਣ 'ਚ ਫਤਿਹ ਤੁਹਾਡੇ ਪੈਰ ਚੁੰਮੂਗੀ ਮੇਰੇ ਵੀਰੋ। ਮੈਂ ਅਖੀਰ 'ਚ ਇੱਕ ਗੱਲ ਦਾ ਵਿਸ਼ਵਾਸ ਦਿਵਾ ਕੇ ਤੁਹਾਨੂੰ ਆਪਦੀ ਗੱਲ ਸਮਾਪਤ ਕਰੂੰਗਾ। ਮੈਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦੀ ਤਰਫੋਂ, ਮਜੀਠੀਆ ਸਾਹਿਬ ਦੀ ਤਰਫੋਂ, ਤੁਹਾਡੇ ਹਲਕੇ ਦੇ ਮੁੱਖ ਸੇਵਾਦਾਰ ਬੈਠੇ ਆ ਭੱਟੀ ਸਾਹਿਬ, ਇਹਨਾਂ ਦੀ ਤਰਫੋਂ ਤੇ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ, ਗੁਰੂ ਸਾਹਿਬ ਵੀ ਬੈਠੇ ਆ, ਉਹਨਾਂ ਦੀ ਤਰਫੋਂ ਤੁਹਾਨੂੰ ਨੌਜਵਾਨਾਂ ਨੂੰ ਇੱਕ ਅੱਜ ਵਿਸ਼ਵਾਸ ਦਿਵਾ ਕੇ ਜਾਣਾ ਕਿ ਜਿੰਨੀ ਤੁਸੀਂ ਮਿਹਨਤ ਕਰੋਗੇ ਆ 6 ਮਹੀਨੇ ਆਉਣ ਵਾਲੇ ਸਾਲ 'ਚ, ਸਰਕਾਰ ਆਉਣ ਤੇ ਦੁੱਗਣੀ ਕਰਕੇ ਮੋੜਾਂਗੇ। ਤੁਹਾਡਾ ਮਿਹਨਤ ਦਾ ਮੁੱਲ ਪਾਇਆ ਜਾਊਗਾ, ਕੁਰਬਾਨੀ ਦਾ ਮੁੱਲ ਪਾਇਆ ਜਾਊਗਾ। ਤੇ 4 ਲਾਈਨਾਂ ਕਹਿ ਕੇ ਮੈਂ ਆਪਦੀ ਗੱਲ ਜ਼ਰੂਰ ਸਮਾਪਤ ਕਰੂੰਗਾ। ਸਦਾ ਝੂਲਦੇ ਰਹਿਣ ਨਿਸ਼ਾਨ ਉਹਨਾਂ ਦੇ, ਜਿਨ੍ਹਾਂ ਕੌਮਾਂ ਨੂੰ ਮਰਨ ਦਾ ਝੱਲ ਪੈ ਜੇ। ਮੁੱਲ ਪਊਗਾ ਜ਼ਰੂਰ ਕੁਰਬਾਨੀਆਂ ਦਾ, ਚਾਹੇ ਅੱਜ ਪੈ ਜੇ ਚਾਹੇ ਕੱਲ ਪੈ ਜੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅੱਜ ਤੁਸੀਂ ਐਡੀ ਵੱਡੀ ਗਿਣਤੀ 'ਚ ਇੱਥੇ ਨੌਜਵਾਨ ਮੇਰੇ ਵੀਰ ਇਕੱਤਰ ਹੋਏ ਹੋ, ਰਾਜ ਜਿਹੜੇ ਮੇਰੇ ਨਾਲ ਆਏ ਆ ਸਾਰੇ, ਤੁਹਾਡਾ ਸਾਰਿਆਂ ਦਾ ਕੋਟਨ ਕੋਟ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।